ਸਤਿ ਸ਼੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਨਾਲ ਮੈਂ ਹਰਸ਼ਰਨ ਕੌਰ। ਅੱਜ 7 ਜੂਨ ਹੈ, ਦਿਨ ਮੰਗਲਵਾਰ ਹੈ। ਖਬਰਾਂ ਦੇ ਇਸ ਖਾਸ ਬੁਲੇਟਿਨ ਦੇ ਵਿੱਚ ਤੁਹਾਨੂੰ ਸਾਰੀਆਂ ਵੱਡੀਆਂ ਤਾਜ਼ਾ ਤੇ ਅਹਿਮ ਖਬਰਾਂ ਦੱਸਾਂਗੇ। ਸਭ ਤੋਂ ਪਹਿਲਾਂ ਅੱਜ ਦੇ ਦਿਨ ਦਾ ਇਤਿਹਾਸ ਦੱਸ ਦਿੰਦੇ ਹਾਂ। ਜੂਨ ਦੇ ਪਹਿਲੇ 10 ਦਿਨ ਜੂਨ 84 ਘੱਲੂਘਾਰੇ ਨੂੰ ਸਿੱਖ ਸੰਗਤ ਯਾਦ ਕਰਦੀ ਹੈ। 7 ਜੂਨ ਦੇ ਦਿਨ ਫੌਜ ਨੇ ਸ਼੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਦੇ ਵਿੱਚੋਂ ਲਾਸ਼ਾਂ ਨੂੰ ਹਟਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਸੀ। ਗਰਮੀ ਕਾਰਨ ਲਾਸ਼ਾਂ ਇੰਨੀਆਂ ਫੁੱਲ ਚੁੱਕੀਆਂ ਸਨ ਕਿ ਬਦਬੂ ਆ ਰਹੀ ਸੀ ਚਾਰੇ ਪਾਸਿਆਂ ਤੋਂ। ਕਈ ਲਾਸ਼ਾਂ ਤਾਂ ਇੰਨੀਆਂ ਗਲ ਚੁੱਕੀਆਂ ਸੀ ਕਿ ਹੱਥ ਲਾਇਆਂ ਅੰਗ ਵੀ ਲੈ ਜਾਂਦੇ ਸੀ। ਲਾਸ਼ਾਂ ਤੇ DDT ਦਾ ਛਿੜਕਾਅ ਕੀਤਾ ਗਿਆ। ਕੂੜਾ ਢੋਣ ਵਾਲੀਆਂ ਗੱਡੀਆਂ ਵਿੱਚ ਲਾਸ਼ਾਂ ਨੂੰ ਲੱਦ ਕੇ ਸਥਾਨਕ ਸ਼ਹੀਦਗੰਜ ਬਾਬਾ ਦੀਪ ਸਿੰਘ ਨੇੜੇ ਬਣੇ ਸ਼ਮਸ਼ਾਨ ਘਾਟ ਲਿਜਾਇਆ ਗਿਆ। ਸਮੂਹਿਕ ਤੌਰ ਤੇ ਸਾਰੀਆਂ ਮ੍ਰਿਤਕ ਦੇਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਹਰ ਚਿਖਾ ਤੇ 15 ਦੇ ਕਰੀਬ ਸਿੰਘ ਸਿੰਘਣੀਆਂ ਦੀਆਂ ਮ੍ਰਿਤਕ ਦੇਹਾਂ ਰੱਖ ਕੇ ਬਿਨਾਂ ਕਿਸੇ ਧਾਰਮਿਕ ਰਹੁ ਰੀਤਾਂ ਦੇ ਅੱਗ ਲਾਈ ਗਈ। ਇਸੇ ਦਿਨ ਸਿੱਖਾਂ ਦੀ ਇੱਕ ਵੱਡੀ ਲੁੱਟ ਵੀ ਕੀਤੀ ਗਈ। 6 ਜੂਨ ਦਿਨ ਢਲਦੇ ਤੱਕ ਵੱਡੇ ਖਜ਼ਾਨੇ ਦੇ ਨਾਲ ਭਰੀ ਹੋਈ ਸਿੱਖ ਰੈਫਰੈਂਸ ਲਾਇਬ੍ਰੇਰੀ ਇੱਥੇ ਸਹੀ ਸਲਾਮਤ ਸੀ, ਪਰ 7 ਜੂਨ ਤੜਕੇ ਲਾਇਬ੍ਰੇਰੀ ਭੇਤ ਭਰੇ ਹਾਲਾਤਾਂ ਦੇ ਵਿੱਚ ਸੜੀ ਹੋਈ ਮਿਲੀ। ਕਿਤਾਬਾਂ ਸਮੇਤ ਗੁਰੂ ਸਾਹਿਬਾਨਾਂ ਦੇ ਹੱਥ ਲਿਖਤ ਪਾਵਨ ਤੇ ਦੁਰਲੱਭ ਸਰੂਪ ਅਤੇ ਹੁਕਮਨਾਮਿਆਂ ਸਮੇਤ ਸਾਰਾ ਕੁਝ ਲੁੱਟ ਲਿਆ ਗਿਆ ਸੀ ਅਤੇ ਸਿੱਖ ਕੌਮ ਨੂੰ ਗੁੰਮਰਾਹ ਕਰਨ ਦੇ ਮਕਸਦ ਨਾਲ ਖਾਲੀ ਅਲਮਾਰੀਆਂ ਨੂੰ ਅਤੇ ਅਖਬਾਰਾਂ ਨੂੰ ਅੱਗ ਲਾ ਦਿੱਤੀ ਗਈ ਸੀ। ਲੁੱਟਣ ਦੀ ਇਹ ਸਾਰੀ ਕਾਰਵਾਈ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਤਤਕਾਲੀ ਸਹਾਇਕ ਲਾਇਬ੍ਰੇਰੀਅਨ ਭਾਈ ਹਰਦੀਪ ਸਿੰਘ ਨੇ ਆਪਣੀਆਂ ਅੱਖਾਂ ਦੇ ਨਾਲ ਦੇਖੀ ਸੀ। ਭਾਈ ਹਰਦੀਪ ਸਿੰਘ ਨੇ ਉਸ ਸਾਰੇ ਵਾਕਿਆ ਨੂੰ ਪਹਿਲੀ ਵਾਰੀ ਮੀਡੀਆ ਦੇ ਸਾਹਮਣੇ ਨਸ਼ਰ ਕੀਤਾ ਹੈ। ਦਾ ਖਾਲਸ ਟੀਵੀ ਦੇ ਨਾਲ ਖਾਸ ਇੰਟਰਵਿਊ ਕੀਤਾ ਹੈ, ਜਿਸ ਨੂੰ ਤੁਸੀਂ ਖਾਲਸ ਟੀਵੀ ਤੇ ਦੇਖ ਸਕਦੇ ਹੋ। ਤੇ 6 ਜੂਨ ਨੂੰ ਘੱਲੂਘਾਰਾ ਦਿਹਾੜੇ ਮੌਕੇ ਸ਼ਹੀਦਾਂ ਦੀ ਯਾਦ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਅਰਦਾਸ ਕੀਤੀ ਗਈ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕੌਮ ਦੇ ਨਾਮ ਸੰਦੇਸ਼ ਜਾਰੀ ਕੀਤਾ। ਇਸ ਮੌਕੇ ਸਿੱਖ ਕੌਮ ਦੀਆਂ ਸਾਰੀਆਂ ਵੱਡੀਆਂ ਹਸਤੀਆਂ ਪਹੁੰਚੀਆਂ ਹੋਈਆਂ ਸਨ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਮੁੜ ਤੋਂ ਹਥਿਆਰਾਂ ਦੀ ਸਿਖਲਾਈ ਵਾਲੇ ਦੁਹਰਾਏ ਬਿਆਨ ਦਾ ਵਿਰੋਧ ਕਾਂਗਰਸ ਦੇ ਵੱਲੋਂ ਕੀਤਾ ਜਾ ਰਿਹਾ ਹੈ। ਕਾਂਗਰਸ ਲੀਡਰ ਸੁਖਜਿੰਦਰ ਸਿੰਘ ਰੰਧਾਵਾ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਜਥੇਦਾਰ ਦੇ ਇਸ ਬਿਆਨ ਤੇ ਉਹਨਾਂ ਨੂੰ ਤਿੱਖੇ ਸਵਾਲ ਕੀਤੇ ਗਏ ਨੇ। ਸ਼੍ਰੀ ਅਕਾਲ ਤਖਤ ਸਾਹਿਬ ਦੇ ਮੁਤਵਾਜ਼ੀ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਵੀ ਘੱਲੂਘਾਰਾ ਦਿਵਸ ਮੌਕੇ ਸਿੱਖ ਕੌਮ ਦੇ ਨਾਮ ਸੰਦੇਸ਼ ਜਾਰੀ ਕੀਤਾ। ਉਹਨਾਂ ਨੇ ਕਿਹਾ ਕਿ ਕੌਮ ਦੀ ਚੜ੍ਹਦੀ ਕਲਾ ਲਈ ਵਿੱਢਿਆ ਸੰਘਰਸ਼ ਜਾਰੀ ਰੱਖਿਆ ਜਾਵੇ। ਕਮੇਟੀ ਦੇ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਬਣਾਈ 11 ਮੈਂਬਰੀ ਕਮੇਟੀ ਨੂੰ ਮਾਨਤਾ ਦੇਣ ਤੋਂ ਉਹਨਾਂ ਨੇ ਨਾਂਹ ਕਰ ਦਿੱਤੀ ਤੇ ਕਿਹਾ ਕਿ ਇਹ ਕਮੇਟੀ ਰੱਦ ਹੋਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਤਖਤਾਂ ਦੇ ਜਥੇਦਾਰਾਂ ਦੀ ਕਾਰਗੁਜ਼ਾਰੀ ਨੂੰ ਪੰਥ ਦੇ ਅਨੁਕੂਲ ਬਣਾਇਆ ਜਾਵੇ। SGPC ਦੇ ਪ੍ਰਬੰਧ ਵਿੱਚ ਸੁਧਾਰ ਕਰਕੇ ਇਸ ਨੂੰ ਪੰਥਕ ਲੀਹਾਂ ਤੇ ਲਿਆਂਦਾ ਜਾਵੇ ਅਤੇ ਸ਼੍ਰੋਮਣੀ ਅਕਾਲੀ ਦਲ ਸਮੇਤ ਹੋਰ ਧੜੇ ਜੋ ਆਪਣੀ ਭਰੋਸੇਯੋਗਤਾ ਗਵਾ ਚੁੱਕੇ ਨੇ ਉਹਨਾਂ ਨੂੰ ਸੁਰਜੀਤ ਕਰਨ ਦਾ ਯਤਨ ਕੀਤਾ ਜਾਵੇ। ਉਹਨਾਂ ਦੋਸ਼ ਲਾਇਆ ਕਿ ਸਿੱਧੂ ਮੂਸੇਵਾਲਾ ਤੇ ਉਸ ਵਰਗੇ ਹੋਰ ਕਈ ਸਿੱਖ ਨੌਜਵਾਨ ਖਾਨਾ ਜੰਗੀ ਦੀ ਭੇਂਟ ਚੜ੍ਹ ਰਹੇ ਨੇ ਤੇ ਸਰਕਾਰਾਂ ਗੈਂਗਸਟਰਾਂ ਦੇ ਨਾਂ ਹੇਠ ਨੌਜਵਾਨਾਂ ਨੂੰ ਖਤਮ ਕਰ ਰਹੀਆਂ ਨੇ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕੱਲ ਆਪਣੇ ਸੰਬੋਧਨ ਦੇ ਵਿੱਚ ਪੰਜਾਬ 'ਚ ਵੱਧ ਰਹੇ ਈਸਾਈਅਤ ਦੇ ਪ੍ਰਚਾਰ ਤੇ ਵੀ ਚਿੰਤਾ ਪ੍ਰਗਟ ਕੀਤੀ ਸੀ ਤੇ ਉਹਨਾਂ ਦੇ ਬਿਆਨ ਦੇ ਵਿੱਚ ਇਹ ਕਿਹਾ ਗਿਆ ਸੀ ਕਿ ਪੰਜਾਬ ਦੇ ਪਿੰਡਾਂ ਵਿੱਚ ਮਸੀਤਾਂ ਤੇ ਚਰਚਾਂ ਲਗਾਤਾਰ ਬਣ ਰਹੀਆਂ ਨੇ, ਚਿੰਤਾ ਦਾ ਵਿਸ਼ਾ ਨੇ। ਸਾਡੇ ਜਿਹੜੇ ਸਿੱਖ ਨੇ ਉਹਨਾਂ ਨੂੰ ਲਗਾਤਾਰ ਕਨਵਰਟ ਕੀਤਾ ਜਾ ਰਿਹਾ ਹੈ ਤੇ ਜਥੇਦਾਰ ਦੇ ਇਸ ਬਿਆਨ ਦਾ ਮੁਸਲਿਮ ਆਗੂਆਂ ਨੇ ਗੰਭੀਰ ਨੋਟਿਸ ਲਿਆ। ਉਹਨਾਂ ਨੇ ਦੋਸ਼ ਲਾਇਆ ਕਿ ਜਥੇਦਾਰ ਆਪਣਾ ਧਾਰਮਿਕ ਫਰਜ਼ ਅਦਾ ਕਰਨ ਦੀ ਥਾਂ ਸ਼੍ਰੋਮਣੀ ਅਕਾਲੀ ਦਲ ਨੂੰ ਖੁਸ਼ ਕਰਨ ਲਈ ਨਫ਼ਰਤ ਪੈਦਾ ਕਰਨ ਵਾਲੇ ਬਿਆਨ ਦੇ ਰਹੇ ਨੇ। ਦਲੀਜ ਰੋਡ ਦੀਆਂ ਮੁਸਲਿਮ ਸੰਸਥਾਵਾਂ ਦੇ ਅਹੁਦੇਦਾਰਾਂ ਤੇ ਕਾਰਕੁਨਾਂ ਨੇ ਜੀਸ਼ਾਨ ਹੈਦਰ ਦੀ ਅਗਵਾਈ 'ਚ ਦੋਸ਼ ਲਾਇਆ ਕਿ ਜਥੇਦਾਰ ਸਾਹਿਬ ਮੁਸਲਮਾਨਾਂ ਤੇ ਇਸਲਾਮ ਪ੍ਰਤੀ ਆਪਣੇ ਨਿੱਜੀ ਵਿਚਾਰ ਪ੍ਰਗਟ ਕਰਨ ਲਈ ਅਕਾਲ ਤਖਤ ਸਾਹਿਬ ਦੀ ਦੁਰਵਰਤੋਂ ਕਰ ਰਹੇ ਨੇ। ਹਾਲਾਂਕਿ ਇੱਕ ਤੱਥ ਤੁਹਾਨੂੰ ਇਹ ਵੀ ਦੱਸ ਦਿੰਦੇ ਹਾਂ ਕਿ ਜਥੇਦਾਰ ਹਰਪ੍ਰੀਤ ਸਿੰਘ ਉਹ ਇਕੱਲੇ ਇਨਸਾਨ ਨੇ ਜਿਨ੍ਹਾਂ ਨੇ ਕੁਰਾਨ ਸ਼ਰੀਫ ਦਾ ਪੰਜਾਬੀ ਦੇ ਵਿੱਚ ਅਨੁਵਾਦ ਕੀਤਾ ਹੈ। ਦੁਨੀਆ ਦੇ ਇੱਕੋ ਇੱਕ ਇਨਸਾਨ ਨੇ ਜਿਨ੍ਹਾਂ ਨੇ ਮੁਸਲਮਾਨਾਂ ਦੇ ਧਾਰਮਿਕ ਗ੍ਰੰਥ ਦਾ ਪੰਜਾਬੀ 'ਚ ਅਨੁਵਾਦ ਕੀਤਾ ਹੈ ਤੇ ਅਜਿਹੇ ਵਿੱਚ ਇਹ ਬਿਆਨ ਸ਼ਾਇਦ ਜੇ ਆਪਾਂ ਸੋਚ ਲਈਏ ਤਾਂ ਠੀਕ ਨਹੀਂ ਲੱਗਦਾ ਕਿ ਜਥੇਦਾਰ ਸਾਹਿਬ ਦੀ ਇਸਲਾਮ ਦੇ ਪ੍ਰਤੀ ਕੋਈ ਮਾੜੀ ਸੋਚ ਹੈ। ਇੱਕ ਵੱਡੀ ਖਬਰ ਤੁਹਾਨੂੰ ਇਹ ਵੀ ਦੱਸ ਦਿੰਦੇ ਹਾਂ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਸੁਰੱਖਿਆ ਦੇ ਵਿੱਚ ਨੀਮ ਫੌਜੀ ਬਲਾਂ ਦੇ ਸਿੱਖ ਜਵਾਨ ਤੈਨਾਤ ਕਰ ਦਿੱਤੇ ਗਏ ਨੇ, ਯਾਨੀ ਕਿ ਜਥੇਦਾਰ ਨੇ ਸੁਰੱਖਿਆ ਮਨਜ਼ੂਰ ਕਰ ਲਈ ਹੈ। ਸੈਂਟਰ ਸਰਕਾਰ ਦੇ ਵੱਲੋਂ ਇਹ ਸੁਰੱਖਿਆ ਮੁਹੱਈਆ ਕਰਵਾਈ ਗਈ ਹੈ, ਜਿਸ ਨੂੰ Z ਸੁਰੱਖਿਆ ਕਿਹਾ ਜਾ ਸਕਦਾ ਹੈ, ਜਿਸ ਦੇ ਵਿੱਚ ਨੀਮ ਫੌਜੀ ਬਲਾਂ ਦੇ CRPF ਦੇ ਸਿੱਖ ਸੁਰੱਖਿਆ ਮੁਲਾਜ਼ਮ ਹੀ ਤੈਨਾਤ ਕੀਤੇ ਗਏ ਨੇ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਸ ਦੀ ਪੁਸ਼ਟੀ ਵੀ ਕੀਤੀ ਹੈ ਕਿ ਤੈਨਾਤ ਕੀਤੇ ਗਏ ਸੁਰੱਖਿਆ ਕਰਮਚਾਰੀਆਂ ਨੂੰ ਹਾਲੇ ਉਹ ਮਿਲੇ ਨਹੀਂ ਤੇ ਨਾ ਹੀ ਉਹਨਾਂ ਦੀ ਗਿਣਤੀ ਬਾਰੇ ਉਹਨਾਂ ਨੂੰ ਕੋਈ ਜਾਣਕਾਰੀ ਹੈ, ਪਰ ਇਹ ਸੁਰੱਖਿਆ ਮੁਲਾਜ਼ਮ
5 ਤਰੀਕ ਤੋਂ ਉਹਨਾਂ ਦੇ ਨਾਲ ਹਨ ਤੇ ਵਾਹਨਾਂ ਨਾਲ ਉਹਨਾਂ ਦੇ ਕਾਫਲੇ ਦੇ ਪਿੱਛੇ ਚੱਲ ਰਹੇ ਨੇ। ਅਕਾਲ ਤਖਤ ਸਾਹਿਬ ਸਕੱਤਰੇਤ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਜਥੇਦਾਰ ਦੀ ਸੁਰੱਖਿਆ ਵਿੱਚ ਅੱਧੀ ਦਰਜਨ ਸੁਰੱਖਿਆ ਮੁਲਾਜ਼ਮ ਤੈਨਾਤ ਕੀਤੇ ਗਏ ਨੇ, ਯਾਨੀ ਕਿ 6 ਮੁਲਾਜ਼ਮ ਤੈਨਾਤ ਕੀਤੇ ਗਏ ਨੇ, ਜਿਨ੍ਹਾਂ ਨੂੰ ਹਾਲ ਦੀ ਘੜੀ ਗੁਰਦੁਆਰੇ ਤੇ ਦਫ਼ਤਰ ਦੇ ਅੰਦਰ ਦਾਖਲ ਨਾ ਹੋਣ ਦੀ ਹਦਾਇਤ ਕੀਤੀ ਗਈ ਹੈ। ਉਹਨਾਂ ਨੂੰ ਇਹ ਵੀ ਕਿਹਾ ਗਿਆ ਹੈ ਕਿ ਜਥੇਦਾਰ ਨੂੰ ਮਿਲਣ ਲਈ ਆਉਣ ਵਾਲੇ ਕਿਸੇ ਵੀ ਵਿਅਕਤੀ ਨੂੰ ਰੋਕਿਆ ਨਾ ਜਾਵੇ। ਸ਼੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਸੁਲੱਖਣ ਸਿੰਘ ਭੰਗਾਲੀ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਦਿੱਤੇ ਗਏ ਸੁਰੱਖਿਆ ਮੁਲਾਜ਼ਮਾਂ ਦੇ ਨਾਲ ਸ਼੍ਰੋਮਣੀ ਕਮੇਟੀ ਵੱਲੋਂ ਮੁਹੱਈਆ ਕੀਤਾ ਸੁਰੱਖਿਆ ਮੁਲਾਜ਼ਮਾਂ ਦਾ ਦਸਤਾ ਵੀ ਕੰਮ ਕਰਦਾ ਰਹੇਗਾ ਤੇ ਜਾਣਕਾਰੀ ਮੁਤਾਬਿਕ Z ਸ਼੍ਰੇਣੀ ਦੀ ਸੁਰੱਖਿਆ ਦੇ ਵਿੱਚ ਨੀਮ ਫੌਜੀ ਬਲਾਂ ਦੇ 2 ਦਰਜਨ ਤੋਂ ਵੱਧ ਸੁਰੱਖਿਆ ਮੁਲਾਜ਼ਮ ਸ਼ਾਮਲ ਨੇ, ਜਿਨ੍ਹਾਂ ਵਿੱਚੋਂ ਕੁਝ ਜਥੇਦਾਰ ਦੀ ਤਲਵੰਡੀ ਸਾਬੋ ਰਿਹਾਇਸ਼ ਦਫ਼ਤਰ ਤੇ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਵਿੱਚ ਤੈਨਾਤ ਰਹਿਣਗੇ ਤੇ ਕੁਝ ਉਹਨਾਂ ਦੇ ਕਾਫਲੇ ਦੇ ਨਾਲ ਚੱਲਣਗੇ। ਹਾਲਾਂਕਿ ਪਿਛਲੇ ਦਿਨੀ ਜਥੇਦਾਰ ਹਰਪ੍ਰੀਤ ਸਿੰਘ ਨੇ ਕੇਂਦਰ ਸਰਕਾਰ ਦਾ ਧੰਨਵਾਦ ਕਰਦਿਆਂ ਸੁਰੱਖਿਆ ਲੈਣ ਤੋਂ ਇਨਕਾਰ ਕਰ ਦਿੱਤਾ ਸੀ, ਕਿਹਾ ਸੀ ਕਿ ਉਹਨਾਂ ਨੂੰ ਸੁਰੱਖਿਆ ਦੀ ਲੋੜ ਨਹੀਂ ਹੈ। 5 ਜੂਨ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਜਥੇਦਾਰ ਨਾਲ ਮੁਲਾਕਾਤ ਕੀਤੀ ਸੀ। ਹੋ ਸਕਦਾ ਹੈ ਕਿ ਉਹਨਾਂ ਨੇ ਪੰਜਾਬ ਸਰਕਾਰ ਦੇ ਵੱਲੋਂ ਦਿੱਤੀ ਗਈ ਜਿਹੜੀ ਸੁਰੱਖਿਆ ਹੈ ਉਹ ਲੈਣ ਦੀ ਅਪੀਲ ਵੀ ਕੀਤੀ ਹੋਵੇ, ਪਰ ਖਬਰ ਇਹ ਹੈ ਕਿ ਜਥੇਦਾਰ ਨੇ ਕੇਂਦਰ ਦੀ ਸੁਰੱਖਿਆ ਪ੍ਰਵਾਨ ਕਰ ਲਈ ਹੈ। ਪੰਜਾਬ ਦੇ ਵਿੱਚ ਸਿੱਧੂ ਮੂਸੇਵਾਲਾ ਦੇ ਹੋਏ ਵੱਡੇ ਕਤਲकांड ਤੋਂ ਬਾਅਦ ਅੱਜ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਹੋਵੇਗੀ। ਪਿਛਲੇ ਹਫ਼ਤੇ ਵੀ ਮੀਟਿੰਗ ਹੋਣੀ ਸੀ, ਪਰ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ ਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਕੇਂਦਰ ਸਰਕਾਰ ਦੇ ਵੱਲੋਂ ਦਿਹਾਤੀ ਵਿਕਾਸ ਫੰਡਾਂ ਨੂੰ ਲੈ ਕੇ ਪਾਏ ਅੜਿੱਕੇ ਦੂਰ ਕਰਨ ਦੇ ਲਈ ਅੱਜ ਕੈਬਨਿਟ ਮੀਟਿੰਗ ਦੇ ਵਿੱਚ ਪੰਜਾਬ ਦਿਹਾਤੀ ਵਿਕਾਸ ਐਕਟ ਸੋਧ ਬਿੱਲ ਨੂੰ ਹਰੀ ਝੰਡੀ ਦੇਣ ਜਾ ਰਹੀ ਹੈ। ਇਸ ਤੋਂ ਪਹਿਲਾਂ ਪੰਜਾਬ ਵਜ਼ਾਰਤ ਨੇ 13 ਅਪ੍ਰੈਲ ਨੂੰ ਪੰਜਾਬ ਦਿਹਾਤੀ ਵਿਕਾਸ ਸੋਧ ਆਰਡੀਨੈਂਸ 2022 ਨੂੰ ਪ੍ਰਵਾਨਗੀ ਦਿੱਤੀ ਸੀ, ਪਰ ਰਾਜਪਾਲ ਨੇ ਇਸ ਆਰਡੀਨੈਂਸ ਤੇ ਮੁਹਰ ਨਹੀਂ ਲਾਈ ਸੀ। ਇਸ ਬਾਰੇ ਸੁਝਾਅ ਦਿੱਤਾ ਗਿਆ ਸੀ ਕਿ ਆਰਡੀਨੈਂਸ ਦੀ ਥਾਂ ਬਿੱਲ ਲਿਆਂਦਾ ਜਾਵੇ, ਕਿਉਂਕਿ ਬਜਟ ਸੈਸ਼ਨ ਬਹੁਤਾ ਦੂਰ ਨਹੀਂ ਹੈ। ਹੁਣ ਕੈਬਨਿਟ ਇਸ ਬਾਰੇ ਬਜਟ ਸੈਸ਼ਨ ਦੇ ਵਿੱਚ ਬਿੱਲ ਲੈ ਕੇ ਆਵੇਗੀ। ਦਰਅਸਲ ਕੇਂਦਰ ਸਰਕਾਰ ਨੇ ਪੰਜਾਬ ਦੇ ਕਰੋੜਾਂ ਦੇ ਫੰਡ ਰੋਕੇ ਹੋਏ ਨੇ, ਜਿਸ ਕਰਕੇ ਪੰਜਾਬ ਦੇ ਵਿਕਾਸ ਕੰਮ ਪ੍ਰਭਾਵਿਤ ਹੋ ਰਹੇ ਨੇ। ਕੇਂਦਰ ਸਰਕਾਰ ਦੀ ਸ਼ਰਤ ਹੈ ਕਿ ਪਹਿਲਾਂ ਪੰਜਾਬ ਦਿਹਾਤੀ ਵਿਕਾਸ ਐਕਟ 1987 ਵਿੱਚ ਸੋਧ ਕੀਤੀ ਜਾਵੇ ਤੇ ਰੇੜਕਾ ਕਾਂਗਰਸ ਸਰਕਾਰ ਦੇ ਵੇਲੇ ਤੋਂ ਹੀ ਚੱਲਦਾ ਆ ਰਿਹਾ ਹੈ। ਦਰਅਸਲ ਪੰਜਾਬ ਸਰਕਾਰ ਦੇ ਵੱਲੋਂ ਅਨਾਜ ਦੀ ਖਰੀਦ ਤੇ 3% ਦਿਹਾਤੀ ਵਿਕਾਸ ਫੰਡ ਤੇ 3% ਮਾਰਕੀਟ ਫੀਸ ਵਸੂਲੀ ਜਾਂਦੀ ਹੈ ਤੇ ਕਾਂਗਰਸ ਸਰਕਾਰ ਵੱਲੋਂ ਕਿਸਾਨਾਂ ਦੀ ਕਰਜ਼ਾ ਮਾਫੀ ਲਈ ਦਿਹਾਤੀ ਵਿਕਾਸ ਫੰਡ ਦਾ ਪੈਸਾ ਵਰਤਿਆ ਗਿਆ ਸੀ। ਇਸ ਦੀ ਵਰਤੋਂ ਤੋਂ ਪਹਿਲਾਂ ਕਾਂਗਰਸ ਸਰਕਾਰ ਨੇ ਪੰਜਾਬ ਦਿਹਾਤੀ ਵਿਕਾਸ ਐਕਟ ਦੇ ਵਿੱਚ ਸੋਧ ਕੀਤੀ ਸੀ। ਇਸ ਸੋਧ ਦੇ ਨਾਲ ਸਰਕਾਰ ਨੇ ਪੇਂਡੂ ਵਿਕਾਸ ਫੰਡ ਕਰਜ਼ਾ ਮਾਫੀ ਲਈ ਵਰਤਣ ਦਾ ਰਾਹ ਮੋਕਲਾ ਕਰ ਲਿਆ ਸੀ ਤੇ ਕੇਂਦਰ ਸਰਕਾਰ ਨੂੰ ਇਸੇ ਸੋਧ ਤੇ ਇਤਰਾਜ਼ ਹੈ। ਕੇਂਦਰ ਦਾ ਕਹਿਣਾ ਹੈ ਕਿ ਦਿਹਾਤੀ ਵਿਕਾਸ ਫੰਡਾਂ ਨੂੰ ਖਰੀਦ ਕੇਂਦਰਾਂ ਦੇ ਵਿਕਾਸ ਲਈ ਹੀ ਵਰਤਿਆ ਜਾਵੇ, ਹੋਰ ਕਿਸੇ ਕੰਮ ਲਈ ਨਾ ਵਰਤਿਆ ਜਾਵੇ। ਤੇ ਕਾਂਗਰਸ ਤੋਂ ਵੀ ਪਹਿਲਾਂ ਜਦੋਂ ਅਕਾਲੀ ਬੀਜੇਪੀ ਗੱਠਜੋੜ ਦੀ ਸਰਕਾਰ ਹੁੰਦੀ ਸੀ, ਉਦੋਂ ਪੰਜਾਬ ਦੇ ਵਿੱਚ ਸੰਗਤ ਦਰਸ਼ਨਾਂ ਦੇ ਵਿੱਚ ਦਿਹਾਤੀ ਵਿਕਾਸ ਫੰਡਾਂ ਦੀ ਰਾਸ਼ੀ ਪਿੰਡਾਂ ਦੇ ਹਰ ਤਰ੍ਹਾਂ ਦੇ ਵਿਕਾਸ ਲਈ ਵੰਡ ਦਿੱਤੀ ਜਾਂਦੀ ਸੀ। ਸਿੱਧੂ ਮੂਸੇਵਾਲਾ ਕਤਲकांड ਦੇ ਵਿੱਚ 8 ਸ਼ੂਟਰਾਂ ਦੀ ਪਛਾਣ ਹੋ ਗਈ ਹੈ। ਮੂਸੇਵਾਲੇ ਦੀ ਰੇਕੀ ਕਰਨ ਵਾਲੇ ਕੇਕੜਾ ਨੂੰ ਵੀ ਕਾਲਿਆਂ ਵਾਲੀ ਪਿੰਡ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਇਸ ਦਰਮਿਆਨ ਸਭ ਤੋਂ ਵੱਡੀ ਖਬਰ ਇਹ ਮਿਲ ਰਹੀ ਹੈ ਕਿ ਪੁਲਿਸ ਨੂੰ ਗੈਂਗਸਟਰਾਂ ਤੋਂ ਧਮਕੀਆਂ ਮਿਲ ਰਹੀਆਂ ਨੇ, ਕਿਉਂਕਿ ਪੁਲਿਸ ਮੁਤਾਬਿਕ ਪੁਲਿਸ ਦੀ ਜਾਂਚ ਲਗਭਗ ਕਾਤਲਾਂ ਦੇ ਨੇੜੇ ਤੱਕ ਪਹੁੰਚ ਚੁੱਕੀ ਹੈ। ਇਸ ਦਰਮਿਆਨ ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲੇ ਦਾ ਕੱਲ ਨੂੰ ਮਾਨਸਾ ਦੀ ਨਵੀਂ ਅਨਾਜ ਮੰਡੀ ਦੇ ਵਿੱਚ ਭੋਗ ਪੈਣਾ ਹੈ, ਅੰਤਿਮ ਅਰਦਾਸ ਹੋਣੀ ਹੈ ਤੇ ਉਸ ਤੋਂ ਪਹਿਲਾਂ ਇਹ ਕਨਸੋਆਂ ਮਿਲ ਰਹੀਆਂ ਨੇ ਕਿ ਅੱਜ ਪੰਜਾਬ ਪੁਲਿਸ ਇਸ ਬਾਰੇ ਕੋਈ ਵੱਡਾ ਖੁਲਾਸਾ ਕਰ ਸਕਦੀ ਹੈ, ਪ੍ਰੈਸ ਕਾਨਫਰੰਸ ਕਰ ਸਕਦੀ ਹੈ, ਕਿਉਂਕਿ ਕੱਲ ਨੂੰ ਭੋਗ ਮੌਕੇ ਇੰਨੀ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੇ ਸ਼ਾਮਿਲ ਹੋਣ ਦੀਆਂ ਖਬਰਾਂ ਮਿਲ ਰਹੀਆਂ ਨੇ। ਇਸ ਮੌਕੇ ਕੋਈ ਪ੍ਰੋਟੈਸਟ ਵੀ ਕੀਤਾ ਜਾ ਸਕਦਾ ਹੈ ਕਿ 10 ਦਿਨ ਪੂਰੇ ਹੋਣ ਤੇ ਵੀ ਪੁਲਿਸ ਨੇ ਹਾਲੇ ਤੱਕ ਕੁਝ ਵੀ ਜਨਤਕ ਤੌਰ ਤੇ ਨਹੀਂ ਦੱਸਿਆ ਹੈ। ਹਾਲੇ ਤੱਕ ਪੁਲਿਸ ਨਤੀਜੇ ਤੱਕ ਕਿਉਂ ਨਹੀਂ ਪਹੁੰਚ ਸਕੀ ਹੈ। ਪੁਲਿਸ ਨੇ ਦੱਸਿਆ ਹੈ ਕਿ ਗੈਂਗਸਟਰ ਇੰਨੇ ਕੁ ਬੁਖਲਾ ਗਏ ਨੇ ਕਿ ਉਹਨਾਂ ਨੇ ਹੁਣ ਪੁਲਿਸ ਨੂੰ ਹੀ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਨੇ। ਗੈਂਗਸਟਰਾਂ ਨੇ ਮਾਨਸਾ ਪੁਲਿਸ ਦੇ ਇੱਕ SHO ਸਮੇਤ ਕਈ ਹੋਰ ਅਫਸਰਾਂ ਨੂੰ ਤੁਰੰਤ ਛਾਪੇਬੰਦ ਕਰਨ ਦੀ ਚੇਤਾਵਨੀ ਦਿੱਤੀ ਹੈ। ਸੀਨੀਅਰ ਪੁਲਿਸ ਅਧਿਕਾਰੀ ਫੋਨ ਦੀ ਪੜਤਾਲ ਦੇ ਵਿੱਚ ਜੁਟ ਗਏ ਨੇ, ਜਿਹੜੇ ਫੋਨ ਤੋਂ ਕਾਲ ਆਈ ਸੀ। ਜਾਣਕਾਰੀ ਮੁਤਾਬਿਕ ਇਹ ਫੋਨ ਕੈਨੇਡਾ ਸਮੇਤ ਕਿਸੇ ਹੋਰ ਮੁਲਕ ਦੇ ਵਿੱਚੋਂ ਆ ਰਹੇ ਨੇ, ਜਿਹੜੇ 1 ਟਾਈਮ ਕਾਲ ਵਾਲੇ ਨੰਬਰ ਤੋਂ ਆਉਂਦੇ ਨੇ, ਜਿਹੜਾ ਕਿ ਸਿਸਟਮ ਜਨਰੇਟਡ ਨੰਬਰ ਹੁੰਦਾ ਹੈ। ਪੁਲਿਸ ਨੂੰ ਸ਼ੱਕ ਹੈ ਕਿ ਫੋਨ ਗੋਲਡੀ ਬਰਾੜ ਜਾਂ ਉਸਦੇ ਨਜ਼ਦੀਕੀਆਂ ਦੇ ਵੱਲੋਂ ਕੀਤੇ ਜਾ ਰਹੇ ਨੇ। ਇਹਦੀ ਪੜਤਾਲ ਹੁਣ ਸਾਈਬਰ ਤੇ IT ਸੈੱਲ ਨੂੰ ਸੌਂਪ ਦਿੱਤੀ ਗਈ ਹੈ। ਮਾਨਸਾ ਦੇ SSP ਗੌਰਵ ਤੂਰਾ ਨੇ ਦੱਸਿਆ ਕਿ ਕੇਕੜਾ ਜਿਹੜਾ ਕਿ ਕੱਲ ਗ੍ਰਿਫਤਾਰ ਕੀਤਾ ਗਿਆ ਹੈ, ਉਸ ਤੋਂ ਕਾਫੀ ਭੇਤ ਖੁੱਲਣ ਦੀ ਉਮੀਦ ਹੈ। ਜਿਹੜੇ ਸ਼ਾਰਪ ਸ਼ੂਟਰਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ, ਉਹਨਾਂ ਦੀ ਪਛਾਣ ਤੋਂ ਵੀ ਬਹੁਤ ਕੁਝ ਹਾਸਲ ਹੋਵੇਗਾ। SSP ਨੇ ਕਹਿ ਦਿੱਤਾ ਕਿ ਪੁਲਿਸ ਨੂੰ ਡਰਾਉਣ ਧਮਕਾਉਣ ਦੇ ਜਿੰਨੇ ਮਰਜ਼ੀ ਫੋਨ ਆਉਣ, ਪਰ ਅਸੀਂ ਇਸ ਮਾਮਲੇ ਵਿੱਚ ਨਿਡਰ ਹੋ ਕੇ ਪੜਤਾਲ ਕਰਦੇ ਰਹਾਂਗੇ ਤੇ ਗੈਂਗਸਟਰਾਂ ਦੇ ਧਮਕੀਆਂ ਭਰੇ
ਫੋਨ ਕੱਲੇ ਪੁਲਿਸ ਨੂੰ ਹੀ ਨਹੀਂ ਪਰਿਵਾਰ ਦੇ ਨੇੜਲਿਆਂ ਨੂੰ ਵੀ ਆ ਰਹੇ ਨੇ ਤੇ ਫੋਨ ਕਰਨ ਵਾਲਾ ਵਿਅਕਤੀ ਖੁਦ ਨੂੰ ਗੋਲਡੀ ਬਰਾੜ ਦੱਸ ਰਿਹਾ ਸੀ। ਮੰਨਿਆ ਜਾ ਰਿਹਾ ਹੈ ਕਿ ਪੁਲਿਸ ਅਧਿਕਾਰੀਆਂ ਦਾ ਮਨੋਬਲ ਡਿੱਗਣ ਦੇ ਲਈ ਵਿਦੇਸ਼ਾਂ ਤੋਂ ਇਹ ਫੋਨ ਕਰਵਾਏ ਜਾ ਰਹੇ ਨੇ ਅਤੇ ਪਰਿਵਾਰ ਦੇ ਨੇੜਲੇ ਮੈਂਬਰਾਂ ਨੂੰ ਵੀ ਡਰਾਇਆ ਧਮਕਾਇਆ ਜਾ ਰਿਹਾ ਹੈ। ਜਾਣਕਾਰੀ ਸਾਨੂੰ ਮਿਲ ਰਹੀ ਹੈ ਕਿ ਅੱਜ ਕਾਂਗਰਸ ਦੇ ਐਮਪੀ ਮਹਾਰਾਣੀ ਪ੍ਰਨੀਤ ਕੌਰ ਅਤੇ ਕਾਂਗਰਸ ਦੇ ਕੌਮੀ ਲੀਡਰ ਰਾਹੁਲ ਗਾਂਧੀ ਸਿੱਧੂ ਮੂਸੇਵਾਲੇ ਦੇ ਘਰ ਅਫਸੋਸ ਕਰਨ ਦੇ ਲਈ ਜਾਣਗੇ ਤੇ ਪੰਜਾਬ ਕਾਂਗਰਸ ਦੇ ਵਿੱਚੋਂ ਕਈ ਸਾਬਕਾ ਮੰਤਰੀਆਂ ਤੇ ਵਿਧਾਇਕਾਂ ਦੇ ਬੀਜੇਪੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਰਾਹੁਲ ਗਾਂਧੀ ਦਾ ਇਹ ਪਹਿਲਾ ਦੌਰਾ ਹੋਵੇਗਾ। ਪਤਾ ਲੱਗਿਆ ਹੈ ਕਿ ਸਿੱਧੂ ਮੂਸੇਵਾਲੇ ਦੇ ਘਰ ਜਾਣ ਤੋਂ ਬਾਅਦ ਪੰਜਾਬ ਕਾਂਗਰਸ ਦੇ ਆਗੂਆਂ ਨਾਲ ਵੀ ਰਾਹੁਲ ਗਾਂਧੀ ਸਿਆਸੀ ਹਾਲਾਤਾਂ ਤੇ ਚਰਚਾ ਕਰ ਸਕਦੇ ਨੇ ਤੇ ਇਸ ਦੁੱਖ ਦੀ ਘੜੀ ਦੇ ਵਿੱਚ ਸਿੱਧੂ ਮੂਸੇਵਾਲੇ ਦੇ ਮਾਤਾ-ਪਿਤਾ ਦੇ ਨਾਲ ਅਫਸੋਸ ਕਰਨ ਦੇ ਲਈ ਬਾਲੀਵੁੱਡ ਸਮੇਤ ਬਾਲੀਵੁੱਡ ਦੀਆਂ ਹਸਤੀਆਂ ਅਤੇ ਸਿਆਸੀ ਹਸਤੀਆਂ ਲਗਾਤਾਰ ਉਹਨਾਂ ਦੇ ਪਿੰਡ ਮੂਸਾ ਪਹੁੰਚ ਕੇ ਅਫਸੋਸ ਪ੍ਰਗਟਾ ਰਹੀਆਂ ਨੇ। ਇਸੇ ਦਰਮਿਆਨ ਪਰਿਵਾਰ ਦੇ ਵੱਲੋਂ ਸਿੱਧੂ ਮੂਸੇਵਾਲੇ ਦੇ ਅਫੀਸ਼ੀਅਲ ਪੇਜ ਤੋਂ ਇੱਕ ਜਾਣਕਾਰੀ ਵੀ ਸਾਂਝੀ ਕੀਤੀ ਗਈ ਹੈ। ਮੀਡੀਆ ਨੂੰ ਦਰਅਸਲ ਬੇਨਤੀ ਕੀਤੀ ਗਈ ਹੈ ਕਿ ਸਿੱਧੂ ਵੀਰ ਦੇ ਪਰਿਵਾਰ ਵੱਲੋਂ ਜੋ ਵੀ ਬੇਨਤੀ ਹੋਵੇਗੀ ਉਹ ਸਿੱਧੂ ਵੀਰ ਦੇ ਇੰਸਟਾਗ੍ਰam ਪੇਜ ਤੇ ਬੋਲ ਕੇ ਜਾਂ ਲਿਖ ਕੇ ਦਿੱਤੀ ਜਾਵੇਗੀ। ਕਿਰਪਾ ਕਰਕੇ ਕਿਸੇ ਵੀ ਗੱਲ ਨੂੰ ਪਰਿਵਾਰ ਦੀ ਅਪੀਲ ਦਾ ਨਾਮ ਨਾ ਦਿੱਤਾ ਜਾਵੇ, ਇਹ ਖਾਸ ਤੌਰ ਤੇ ਕਿਹਾ ਗਿਆ। ਇਸ ਦਰਮਿਆਨ ਸਿੱਧੂ ਦੇ ਅੰਤਿਮ ਸੰਸਕਾਰ ਵਾਲੀ ਥਾਂ ਤੇ ਵੀ ਇੱਕ ਜ਼ਰੂਰੀ ਬੇਨਤੀ ਵਾਲਾ ਪੋਸਟਰ ਲਾਇਆ ਗਿਆ ਹੈ। ਪਰਿਵਾਰ ਦੇ ਵੱਲੋਂ ਨਿਮਰਤਾ ਸਹਿਤ ਬੇਨਤੀ ਹੈ ਕਿ ਇਸ ਥਾਂ ਤੇ ਪੈਸਿਆਂ ਦਾ ਮੱਥਾ ਨਾ ਟੇਕਿਆ ਜਾਵੇ। ਸਿੱਧੂ ਮੂਸੇਵਾਲਾ ਸਿਰਫ ਸ਼ਬਦ ਗੁਰੂ ਵਿੱਚ ਯਕੀਨ ਰੱਖਦਾ ਸੀ, ਮੱਥਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮੂਹਰੇ ਟੇਕੋ। ਸਿੱਧੂ ਬਾਈ ਨੂੰ ਪਿਆਰ ਕਰਨ ਵਾਲੇ ਇੱਕ ਇੱਕ ਪੌਦਾ ਲਾ ਕੇ ਉਸ ਨੂੰ ਪਾਲ ਕੇ ਵੱਡਾ ਕਰੋ ਵੱਲੋਂ ਸਮੂਹ ਪਰਿਵਾਰ। ਸੋ ਪਰਿਵਾਰ ਨੇ ਇਹ ਜਿਹੜੀ ਬੇਨਤੀ ਕੀਤੀ ਹੈ ਕਿਉਂਕਿ ਸਿੱਧੂ ਮੂਸੇਵਾਲੇ ਦਾ ਜਿੱਥੇ ਅੰਤਿਮ ਸੰਸਕਾਰ ਹੋਇਆ ਸੀ ਫੁੱਲ ਚੁਗਣ ਤੋਂ ਬਾਅਦ ਉੱਥੇ ਪ੍ਰਸ਼ੰਸਕਾਂ ਦੇ ਵੱਲੋਂ ਹੀ ਇੱਕ ਤਰੀਕੇ ਦੇ ਨਾਲ ਸਮਾਧ ਬਣਾ ਦਿੱਤੀ ਗਈ ਸੀ। ਉਸ ਸਮਾਧ ਦੇ ਉੱਤੇ ਲੋਕ ਆ ਕੇ ਫੁੱਲਾਂ ਦੇ ਹਾਰ ਭੇਂਟ ਕਰਦੇ ਨੇ, ਉਸ ਥਾਂ ਤੇ ਮੱਥਾ ਵੀ ਟੇਕਦੇ ਨੇ, ਜਿਹੜਾ ਕਿ ਸਿੱਧੂ ਮੂਸੇਵਾਲੇ ਦੀ ਕਹਿਣੀ ਅਤੇ ਕਰਨੀ ਦੇ ਬਿਲਕੁਲ ਉਲਟ ਹੈ। ਸਿੱਧੂ ਮੂਸੇਵਾਲੇ ਦੇ ਸਿਧਾਂਤਾਂ ਦੇ ਵੀ ਬਿਲਕੁਲ ਉਲਟ ਹੈ ਕਿਉਂਕਿ ਸਿੱਧੂ ਮੂਸੇਵਾਲਾ ਸਿੱਖ ਧਰਮ ਦੇ ਨਾਲ ਸੰਬੰਧ ਰੱਖਦਾ ਸੀ। ਅਜਿਹੇ ਵਿੱਚ ਜਿਹੜੇ ਪ੍ਰਸ਼ੰਸਕ ਲੋਕ ਨੇ ਉਹਨਾਂ ਨੂੰ ਇਸ ਗੱਲ ਤੋਂ ਜ਼ਰੂਰ ਹਟ ਜਾਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਉਹ ਸਿੱਧੂ ਮੂਸੇਵਾਲੇ ਨੂੰ ਸਨਮਾਨ ਦੇਣ ਦੀ ਥਾਂ ਅਣਜਾਣੇ ਦੇ ਵਿੱਚ ਜਾਂ ਕਹਿ ਸਕਦੇ ਕਿ ਅੰਨੀ ਸ਼ਰਧਾ ਦੇ ਵਿੱਚ ਉਸ ਦੇ ਜਿਹੜੇ ਉਸ ਦੀ ਸੋਚ ਹੈ ਉਸ ਨੂੰ ਖਤਮ ਕਰਨ ਦੇ ਵਿੱਚ ਵੀ ਅਣਜਾਣੇ ਵਿੱਚ ਭੁੱਲ ਕਰ ਰਹੇ ਨੇ। ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਨੇ ਪੰਜਾਬ 'ਚ ਹੋ ਰਹੀ ਨਾਜਾਇਜ਼ ਮਾਈਨਿੰਗ ਦੇ ਖਿਲਾਫ ਅੱਜ ਤੋਂ ਸੂਬਾ ਭਰ ਦੇ ਵਿੱਚ ਰੇਤੇ ਦੇ ਭਰੇ ਟਰੱਕਾਂ ਤੇ ਟਿੱਪਰਾਂ ਨੂੰ ਰੋਕਣ ਦਾ ਐਲਾਨ ਕੀਤਾ ਹੈ। ਇਹਨਾਂ ਨੇ ਕਿਹਾ ਕਿ ਮਾਈਨਿੰਗ ਐਕਟ ਦੀ ਆੜ ਹੇਠ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਨੂੰ ਤੰਗ ਪਰੇਸ਼ਾਨ ਕੀਤੇ ਜਾਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ, ਜਿਸ ਦਾ ਨੋਟਿਸ ਲੈਂਦਿਆਂ ਉਹਨਾਂ ਨੇ ਅੱਜ ਤੋਂ ਅੰਦੋਲਨ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਜਿਹੜੇ ਅਧਿਕਾਰੀ ਆਪਣੇ ਖੇਤ ਵਿੱਚੋਂ ਮਿੱਟੀ ਚੁੱਕ ਕੇ ਘਰ 'ਚ ਭਰਤ ਪਾਉਣ ਵਾਲੇ ਕਿਸਾਨਾਂ ਨੂੰ ਡਰਾ ਧਮਕਾ ਰਹੇ ਨੇ ਉਹਨਾਂ ਦੇ ਖਿਲਾਫ ਪ੍ਰਦਰਸ਼ਨ ਕੀਤਾ ਜਾਏਗਾ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਪੰਜਾਬ ਦੀਆਂ ਮਜ਼ਦੂਰ ਜਥੇਬੰਦੀਆਂ ਦੇ ਨਾਲ ਮੀਟਿੰਗ ਕਰਨਗੇ। ਮੁੱਖ ਮੰਤਰੀ ਦੀ ਸੰਗਰੂਰ ਰਿਹਾਇਸ਼ ਦੇ ਮੂਹਰੇ ਧਰਨਾ ਦਿੱਤਾ ਜਾ ਰਿਹਾ ਹੈ, ਜਿਹੜਾ ਸੂਬਾਈ ਧਰਨਾ, ਉਸ ਦੇ ਮੱਦੇਨਜ਼ਰ ਅੱਜ ਮੁੱਖ ਮੰਤਰੀ ਨੇ ਮਜ਼ਦੂਰ ਜਥੇਬੰਦੀਆਂ ਨੂੰ ਮੀਟਿੰਗ ਦਾ ਸੱਦਾ ਦਿੱਤਾ ਹੈ। ਮੁੱਖ ਮੰਤਰੀ ਨਾਲ ਮੀਟਿੰਗ ਦੌਰਾਨ ਮਜ਼ਦੂਰਾਂ ਦੀ ਦਿਹਾੜੀ 700 ਰੁਪਏ, ਝੋਨੇ ਲਵਾਈ ਦਾ ਰੇਟ 6000 ਰੁਪਏ ਕਰਨ ਅਤੇ ਘੱਟ ਮਿਲਣ ਤੇ ਸਰਕਾਰ ਵੱਲੋਂ ਭਰਪਾਈ ਕਰਨ, ਲੋੜਵੰਦ ਪਰਿਵਾਰਾਂ ਨੂੰ 10 ਮਰਲੇ ਦੇ ਪਲਾਟ ਦੇਣ ਦੀਆਂ ਮੰਗਾਂ ਰੱਖੀਆਂ ਜਾਣਗੀਆਂ। ਉਧਰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਪਾਣੀ ਬਚਾਓ ਤੇ ਖੇਤੀ ਬਚਾਓ ਦੇ ਸੰਕਲਪ ਹੇਠ 16 ਜ਼ਿਲ੍ਹਿਆਂ ਦੇ ਪਿੰਡਾਂ ਵਿੱਚ ਕੱਲ ਤੋਂ 5 ਦਿਨਾਂ ਦੇ ਧਰਨੇ ਸ਼ੁਰੂ ਕਰ ਦਿੱਤੇ ਗਏ ਨੇ। ਇਹਨਾਂ ਮੋਰਚਿਆਂ ਦੇ ਵਿੱਚ ਸੈਂਕੜੇ ਕਿਸਾਨ, ਮਜ਼ਦੂਰ ਤੇ ਹੋਰ ਕਿਰਤੀ ਲੋਕ ਸ਼ਾਮਿਲ ਹੋਏ ਨੇ। ਜ਼ਿਆਦਾਤਰ ਮੋਰਚੇ ਪੇਂਡੂ ਜਲ ਸਪਲਾਈ ਟੈਂਕੀਆਂ ਦੇ ਅਹਾਤਿਆਂ ਦੇ ਵਿੱਚ ਲਾਏ ਗਏ ਨੇ, ਜਿਨ੍ਹਾਂ ਵਿੱਚ ਹਮਾਇਤ ਵਜੋਂ ਬਹੁਤੀ ਥਾਈਂ ਜਲ ਸਪਲਾਈ ਠੇਕਾ ਕਾਮੇ ਵੀ ਸ਼ਾਮਿਲ ਹੋਏ ਨੇ। ਉਹਨਾਂ ਕਿਹਾ ਕਿ ਆਉਂਦੇ ਦਿਨਾਂ ਵਿੱਚ ਹੋਰ ਜ਼ਿਲ੍ਹਿਆਂ ਦੇ ਕਿਸਾਨ ਵੀ ਅਜਿਹੇ ਮੋਰਚੇ ਲਾਉਣਗੇ। ਮਾਝੇ ਦੇ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਵੱਲੋਂ ਡੀਐਸਪੀ ਮਜੀਠਾ ਦੇ ਮੂਹਰੇ ਪੱਕਾ ਮੋਰਚਾ ਲਾ ਰੱਖਿਆ ਹੈ ਤੇ ਇਹ ਮੋਰਚਾ 20ਵੇਂ ਦਿਨ ਦੇ ਵਿੱਚ ਸ਼ਾਮਿਲ ਹੋ ਗਿਆ ਹੈ। ਇਹ ਮੋਰਚਾ ਪੰਜਾਬ ਦੇ ਵਿੱਚ ਨਸ਼ਾਬੰਦੀ ਤੇ ਲਾਅ ਐਂਡ ਆਰਡਰ ਦੇ ਵਿਗੜੇ ਹਾਲਾਤਾਂ ਨੂੰ ਲੈ ਕੇ ਲਾਇਆ ਗਿਆ ਹੈ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਵੱਲੋਂ ਪਰਸੋਂ ਯਾਨੀ ਕਿ 9 ਜੂਨ ਨੂੰ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਦਾ ਜਨਮ ਦਿਹਾੜਾ ਮਨਾਇਆ ਜਾਵੇਗਾ। ਆਬਾਦਕਾਰੀ ਕਿਸਾਨਾਂ ਮਜ਼ਦੂਰਾਂ ਨੂੰ ਜ਼ਮੀਨਾਂ ਦੇ ਮਾਲਕੀ ਹੱਕ ਦਿਵਾਉਣ ਦੇ ਲਈ ਇੱਕ ਵੱਡੀ ਰੈਲੀ ਮਾਲ ਮੰਤਰੀ ਕੁਲਦੀਪ ਸਿੰਘ ਧਾਰੀਵਾਲ ਦੇ ਬਾਰ ਮੂਹਰੇ ਕੱਢੀ ਜਾਵੇਗੀ। ਪੰਜਾਬ ਦੇ ਤਾਪਮਾਨ ਦੀ ਗੱਲ ਕਰ ਲਈਏ ਤਾਂ ਤਪਸ਼ ਬਹੁਤ ਜ਼ਿਆਦਾ ਵੱਧ ਚੁੱਕੀ ਹੈ, ਬਿਜਲੀ ਦੀ ਮੰਗ ਵੀ ਵੱਧ ਚੁੱਕੀ ਹੈ ਅਤੇ ਪੰਜਾਬ ਦੇ ਵਿੱਚ 45 ਡਿਗਰੀ ਤੱਕ ਸੈਲਸੀਅਸ ਮੁੜ ਤੋਂ ਪਹੁੰਚ ਗਿਆ ਹੈ। ਬਿਜਲੀ ਦੀ ਮੰਗ ਵਧਣ ਕਾਰਨ ਪਾਵਰਕਾਮ ਨੇ ਬਿਜਲੀ ਦਾ ਉਤਪਾਦਨ ਵਧਾ ਦਿੱਤਾ ਹੈ। ਥਰਮਲ ਪਲਾਂਟ ਰੂਪਨਗਰ ਦੇ ਸਾਰੇ ਯੂਨਿਟਾਂ ਦੇ ਵਿੱਚ ਬਿਜਲੀ ਉਤਪਾਦਨ ਸ਼ੁਰੂ ਕਰ ਦਿੱਤਾ ਗਿਆ। ਹਾਲਾਂਕਿ ਲੋਕਾਂ ਨੂੰ ਬਿਜਲੀ ਦੇ ਕੱਟਾਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਪੰਜਾਬ ਭਰ ਦੇ ਤਹਿਸੀਲਦਾਰਾਂ ਤੇ ਨਾਇਬ ਤਹਿਸੀਲਦਾਰਾਂ ਨੇ ਜਿਹੜੀ ਹੜਤਾਲ ਕੀਤੀ ਗਈ ਸੀ ਉਸ ਨੂੰ ਹੁਣ 8 ਜੂਨ ਤੱਕ ਹੋਰ ਵਧਾ ਦਿੱਤਾ ਹੈ, ਯਾਨੀ ਕਿ ਕੱਲ ਤੱਕ ਵਧਾ ਦਿੱਤਾ ਹੈ। ਪੰਜਾਬ ਸਰਕਾਰ ਦੇ ਵੱਲੋਂ ਬੰਦ ਕੀਤੀਆਂ ਗਈਆਂ ਅਣਅਧਿਕਾਰਤ ਕਲੋਨੀਆਂ ਦੀਆਂ ਰਜਿਸਟਰੀਆਂ ਸੰਬੰਧੀ ਜਾਰੀ ਰੇੜਕੇ ਦੌਰਾਨ ਮੁਅੱਤਲ ਕੀਤੇ ਗਏ 2 ਤਹਿਸੀਲਦਾਰਾਂ ਤੇ ਇੱਕ ਨਾਇਬ ਤਹਿਸੀਲਦਾਰ ਦੀ ਬਹਾਲੀ ਨੂੰ ਲੈ ਕੇ ਇਹਨਾਂ ਦੇ ਵੱਲੋਂ ਰੋਸ ਪ੍ਰਦਰਸ਼ਨ ਕਰਦਿਆਂ ਹੋਇਆਂ ਹੜਤਾਲ ਕੀਤੀ ਗਈ ਹੈ, ਜਿਸ ਦੇ ਨਾਲ ਲੋਕਾਂ ਨੂੰ ਜ਼ਰੂਰ ਪਰੇਸ਼ਾਨੀ ਹੋ ਰਹੀ ਹੈ।
ਉਧਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮਾਲ ਵਿਭਾਗ ਦੇ ਵਿੱਚ ਈ ਪ੍ਰਣਾਲੀ ਬਾਰੇ ਕਈ ਸੁਧਾਰਾਂ ਨੂੰ ਹਰੀ ਝੰਡੀ ਦੇ ਦਿੱਤੀ ਹੈ। ਮੁੱਖ ਮੰਤਰੀ ਨੇ ਦਸਤੀ ਸਟਾਂਪ ਪੇਪਰ ਖਤਮ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਕੰਪਿਊਟਰਾਈਜ਼ਡ ਪ੍ਰਿੰਟ ਆਊਟ ਰਾਹੀਂ ਹੁਣ ਸਟਾਂਪ ਪ੍ਰਾਪਤ ਕੀਤੇ ਜਾ ਸਕਣਗੇ। ਕਿਸੇ ਵੀ ਮੁੱਲ ਦਾ ਸਟਾਂਪ ਹੁਣ ਕਿਸੇ ਵੀ ਸਟਾਂਪ ਵਿਕਰੇਤਾ ਜਾਂ ਰਾਜ ਸਰਕਾਰ ਵੱਲੋਂ ਅਧਿਕਾਰਿਤ ਬੈਂਕਾਂ ਤੋਂ ਈ ਸਟੈਂਪ ਯਾਨੀ ਕਿ ਕੰਪਿਊਟਰਾਈਜ਼ਡ ਪ੍ਰਿੰਟ ਆਊਟ ਰਾਹੀਂ ਹੀ ਹਾਸਲ ਕੀਤਾ ਜਾ ਸਕੇਗਾ। ਮੁੱਖ ਮੰਤਰੀ ਨੇ ਮੁਹਾਲੀ ਮਾਸਟਰ ਪਲਾਨ ਦੇ ਵਿੱਚ ਆਧੁਨਿਕ ਸਹੂਲਤਾਂ ਵਾਲੀ ਨਵੀਂ ਟਾਊਨਸ਼ਿਪ ਬਣਾਉਣ ਨੂੰ ਵੀ ਪ੍ਰਵਾਨਗੀ ਦਿੱਤੀ ਹੈ ਅਤੇ ਮਾਲ ਅਫਸਰਾਂ ਦੀ ਹੜਤਾਲ ਨੂੰ ਮੁੱਖ ਮੰਤਰੀ ਨੇ ਗੈਰ ਕਾਨੂੰਨੀ ਦੱਸਿਆ ਹੈ। ਉਹਨਾਂ ਨੇ ਮਾਲ ਅਫਸਰਾਂ ਤੇ ਮੁਲਾਜ਼ਮਾਂ ਨੂੰ ਤਾੜਨਾ ਵੀ ਕੀਤੀ ਹੈ, ਜਿਸ ਤੋਂ ਬਾਅਦ ਮਾਲ ਤੇ ਪੁਨਰਵਾਸ ਵਿਭਾਗ ਨੇ ਡਿਪਟੀ ਕਮਿਸ਼ਨਰਾਂ ਨੂੰ ਚਿੱਠੀਆਂ ਜਾਰੀ ਕੀਤੀਆਂ ਨੇ, ਜਿਸ ਤਹਿਤ ਹੜਤਾਲ ਤੇ ਚੱਲ ਰਹੇ ਮਾਲ ਅਫਸਰਾਂ ਤੇ ਮੁਲਾਜ਼ਮਾਂ ਨੂੰ ਤੁਰੰਤ ਡਿਊਟੀ ਤੇ ਹਾਜ਼ਰ ਹੋਣ ਲਈ ਕਿਹਾ ਗਿਆ। ਚਿੱਠੀ ਵਿੱਚ ਕਿਹਾ ਗਿਆ ਕਿ ਹੜਤਾਲ ਕਰਕੇ ਕੰਮ ਪ੍ਰਭਾਵਿਤ ਹੋ ਰਿਹਾ, ਲੋਕ ਪਰੇਸ਼ਾਨ ਹੋ ਰਹੇ ਨੇ। ਸਰਕਾਰ ਦਾ ਹੁਕਮ ਹੈ ਕਿ ਹੜਤਾਲ ਵੇਲੇ ਕੰਮ ਨਾ ਕਰਨ ਵਾਲੇ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਨੋ ਵਰਕ ਨੋ ਪੇ ਦੇ ਨਿਯਮ ਦੇ ਮੁਤਾਬਿਕ ਕੋਈ ਤਨਖਾਹ ਨਹੀਂ ਦਿੱਤੀ ਜਾਵੇਗੀ। ਦਫ਼ਤਰ ਤੋਂ ਗੈਰ ਹਾਜ਼ਰੀ ਦੇ ਸਮੇਂ ਨੂੰ ਬ੍ਰੇਕ ਇਨ ਸਰਵਿਸ ਮੰਨਿਆ ਜਾਵੇਗਾ। ਜਦਕਿ ਮਾਲ ਅਫਸਰਾਂ ਦੀ ਐਸੋਸੀਏਸ਼ਨ ਨੇ ਸਰਕਾਰ ਦੇ ਇਸ ਰਵੱਈਏ ਤੇ ਕਿਹਾ ਕਿ ਸਰਕਾਰ ਵੱਲੋਂ ਅਫਸਰਾਂ ਨੂੰ ਪੱਖ ਰੱਖਣ ਦਾ ਮੌਕਾ ਨਹੀਂ ਦਿੱਤਾ ਜਾ ਰਿਹਾ। ਸੰਗਰੂਰ ਜ਼ਿਮਨੀ ਚੋਣ ਲੜ ਰਹੀ ਅਕਾਲੀ ਦਲ ਤੇ ਬਸਪਾ ਦੀ ਸਾਂਝੀ ਉਮੀਦਵਾਰ ਬੀਬੀ ਕਮਲਦੀਪ ਕੌਰ ਨੇ ਸਰਕਾਰੀ ਸੁਰੱਖਿਆ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਕਮਲਦੀਪ ਕੌਰ ਨੇ ਇਸ ਸੰਬੰਧੀ ਸੰਗਰੂਰ ਦੇ ਡੀਸੀ ਤੇ ਜ਼ਿਲ੍ਹਾ ਪੁਲਿਸ ਮੁਖੀ ਨੂੰ ਚਿੱਠੀ ਲਿਖੀ ਗਈ ਹੈ। ਉਹਨਾਂ ਕਿਹਾ ਕਿ ਮੈਂ ਕੌਮੀ ਮਿਸ਼ਨ ਬੰਦੀ ਵੀਰਾਂ ਦੀ ਰਿਹਾਈ ਨੂੰ ਲੈ ਕੇ ਸੰਗਰੂਰ ਜ਼ਿਮਨੀ ਚੋਣ ਲੜਨ ਲਈ ਪੰਥਕ ਉਮੀਦਵਾਰ ਵਜੋਂ ਚੋਣ ਮੈਦਾਨ ਦੇ ਵਿੱਚ ਉਤਰੀ ਹਾਂ। ਨਾਮਜ਼ਦਗੀ ਪੇਪਰ ਦਾਖਲ ਕਰਾਉਣ ਤੋਂ ਬਾਅਦ ਸਰਕਾਰ ਨੇ ਉਹਨਾਂ ਨੂੰ ਪੁਲਿਸ ਸੁਰੱਖਿਆ ਮੁਹੱਈਆ ਕਰਵਾਈ ਗਈ ਹੈ, ਪਰ ਉਸ ਦਾ ਪਰਿਵਾਰ ਪੰਥ ਸ਼ਹੀਦਾਂ ਤੇ ਬੰਦੀ ਸਿੰਘਾਂ ਦਾ ਪਰਿਵਾਰ ਹੈ। ਉਸ ਨੂੰ ਖਾਲਸਾ ਪੰਥ ਤੇ ਸਮੂਹ ਪੰਜਾਬੀਆਂ ਤੇ ਮਾਣ ਹੈ ਕਿ ਇੱਕ ਧੀ ਤੇ ਭੈਣ ਹੋਣ ਦੇ ਨਾਤੇ ਉਸ ਦੀ ਸੁਰੱਖਿਆ ਖਾਲਸਾ ਪੰਥ ਕਰੇਗਾ। ਇਸ ਕਰਕੇ ਉਸਨੇ ਪੰਜਾਬ ਸਰਕਾਰ ਦੀ ਸਰਕਾਰੀ ਸੁਰੱਖਿਆ ਲੈਣ ਤੋਂ ਇਨਕਾਰ ਕਰ ਦਿੱਤਾ ਹੈ ਤੇ ਅਕਾਲੀ ਦਲ ਦੀ ਉਮੀਦਵਾਰ ਦੇ ਇਸ ਫੈਸਲੇ ਨਾਲ ਸਿਵਲ ਤੇ ਪੁਲਿਸ ਪ੍ਰਸ਼ਾਸਨ ਦੀ ਚਿੰਤਾ ਜ਼ਰੂਰ ਵੱਧ ਗਈ ਹੈ। ਇੱਕ ਵੱਡੀ ਜਾਣਕਾਰੀ ਮਿਲ ਰਹੀ ਹੈ ਕਿ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਖਾੜਕੂ ਹਰਵਿੰਦਰ ਸਿੰਘ ਉਰਫ ਰਿੰਦਾ, ਜੋ ਕਿ ਇਸ ਵਕਤ ਪਾਕਿਸਤਾਨ ਦੇ ਵਿੱਚ ਹੈ, ਉਸਨੇ ਪੰਜਾਬ 'ਚ ਵੱਡੀ ਵਾਰਦਾਤ ਕਰਨ ਦੇ ਨਾਲ ਜੇਲ੍ਹਾਂ ਨੂੰ ਤੋੜਨ ਦੀ ਧਮਕੀ ਦਿੱਤੀ ਹੈ। ਇੰਟੈਲੀਜੈਂਸ ਨੂੰ ਇਹ ਇਨਪੁਟ ਮਿਲੀ ਹੈ, ਜਿਸ ਤੋਂ ਬਾਅਦ ਗ੍ਰਹਿ ਮੰਤਰਾਲਾ ਪੂਰੀ ਤਰ੍ਹਾਂ ਦੇ ਨਾਲ ਅਲਰਟ ਹੋ ਗਿਆ। ਡੀਜੀਪੀ ਪੰਜਾਬ ਵੀਕੇ ਭਾਵਰਾ ਨੂੰ ਚਿੱਠੀ ਲਿਖ ਕੇ ਪੰਜਾਬ 'ਚ ਸੁਰੱਖਿਆ ਵਧਾਉਣ ਲਈ ਵੀ ਕਹਿ ਦਿੱਤਾ ਗਿਆ ਹੈ। ਲੁਧਿਆਣਾ ਦੀ ਕੇਂਦਰੀ ਜੇਲ੍ਹ ਦੇ ਬਾਹਰ ਵੀ ਸੁਰੱਖਿਆ ਵਧਾ ਦਿੱਤੀ ਗਈ ਹੈ। ਪਿਛਲੇ ਦਿਨ ਇਹ ਖਬਰ ਮਿਲੀ ਸੀ ਕਿ ਬਠਿੰਡਾ ਦੇ ਵਿੱਚ ਗੈਂਗਸਟਰ ਜੇਲ੍ਹ ਤੋੜ ਸਕਦੇ ਨੇ, ਉਸ ਤੋਂ ਬਾਅਦ ਉੱਥੇ ਵੀ ਸੁਰੱਖਿਆ ਵਧਾਈ ਗਈ ਅਤੇ ਹੁਣ ਮੰਨਿਆ ਜਾ ਰਿਹਾ ਹੈ ਕਿ ਪਾਕਿਸਤਾਨ ਦੇ ਵਿੱਚ ਬੈਠਾ ਖਾੜਕੂ ਹਰਵਿੰਦਰ ਸਿੰਘ ਉਰਫ ਰਿੰਦਾ ਅਜਿਹਾ ਕਰਨ ਦੀ ਫਿਰਾਕ ਦੇ ਵਿੱਚ ਹੈ। ਹਾਲਾਂਕਿ ਜੇਲ੍ਹ ਨੂੰ ਕੋਈ ਚਿੱਠੀ ਤਾਂ ਰਿੰਦਾ ਨੇ ਨਹੀਂ ਭੇਜੀ, ਪਰ ਇੰਟੈਲੀਜੈਂਸ ਹੈ ਜਿਹੜੀ ਉਸ ਨੂੰ ਇਹ ਇਨਪੁਟ ਮਿਲੀ ਹੈ, ਜਿਸ ਤੋਂ ਬਾਅਦ ਅਜਿਹਾ ਕੀਤਾ ਜਾ ਰਿਹਾ ਹੈ। ਇੱਕ ਹੋਰ ਵੱਡੀ ਖਬਰ ਤੁਹਾਨੂੰ ਦੱਸ ਦਿੰਦੇ ਹਾਂ, ਜਿਸ ਨੂੰ ਲੈ ਕੇ ਪੂਰੀ ਦੁਨੀਆ ਦੇ ਮੁਸਲਿਮ ਭਾਈਚਾਰੇ ਦੇ ਵਿੱਚ ਰੋਸ ਪਾਇਆ ਜਾ ਰਿਹਾ ਹੈ। ਪੈਗੰਬਰ ਮੁਹੰਮਦ ਦੇ ਖਿਲਾਫ ਬੀਜੇਪੀ ਲੀਡਰਾਂ ਦੇ ਵੱਲੋਂ ਦਿੱਤੇ ਗਏ ਵਿਵਾਦਿਤ ਬਿਆਨ ਤੇ ਇਸਲਾਮੀ ਖਾਸ ਕਰਕੇ ਪੱਛਮੀ ਏਸ਼ੀਆ ਤੇ ਖਾੜੀ ਮੁਲਕਾਂ ਦੇ ਵਿੱਚ ਰੋਸ ਵੱਧ ਗਿਆ ਹੈ। 57 ਮੁਲਕਾਂ ਵਾਲੀ ਇਸਲਾਮੀ ਮੁਲਕਾਂ ਦੀ ਜਥੇਬੰਦੀ OIC ਨੇ ਬਿਆਨ ਦੀ ਨਿਖੇਧੀ ਕਰਦਿਆਂ UNO ਨੂੰ ਅਪੀਲ ਕੀਤੀ ਹੈ ਕਿ ਉਹ ਭਾਰਤ ਵਿੱਚ ਮੁਸਲਮਾਨਾਂ ਦੇ ਹੱਕਾਂ ਦੀ ਰਾਖੀ ਯਕੀਨੀ ਬਣਾਉਣ ਲਈ ਲੋੜੀਂਦੇ ਕਦਮ ਚੁੱਕੇ। OIC ਨੇ ਕਿਹਾ ਕਿ ਭਾਰਤ ਵਿੱਚ ਇਸਲਾਮ ਦੇ ਅਪਮਾਨ ਤੇ ਘੱਟ ਗਿਣਤੀਆਂ ਖਿਲਾਫ ਵੱਧ ਰਹੀ ਨਫ਼ਰਤ ਦੌਰਾਨ ਪੈਗੰਬਰ ਮੁਹੰਮਦ ਬਾਰੇ ਮਾੜੀ ਸ਼ਬਦਾਵਲੀ ਵਰਤੀ ਗਈ ਹੈ। ਪਾਕਿਸਤਾਨ, ਅਫਗਾਨਿਸਤਾਨ, ਸਾਊਦੀ ਅਰਬ, ਬਹਿਰੀਨ ਨੇ ਵੀ ਬਿਆਨ ਦੀ ਆਲੋਚਨਾ ਕੀਤੀ ਹੈ। ਪੱਛਮੀ ਏਸ਼ੀਆਈ ਤੇ ਖਾੜੀ ਮੁਲਕਾਂ ਦੇ ਵਿੱਚ ਭਾਰਤ ਖਿਲਾਫ ਰੋਸ ਹੋਰ ਵੱਧ ਗਿਆ ਹੈ। ਇਸਲਾਮੀ ਮੁਲਕਾਂ ਨੇ UN ਤੱਕ ਪਹੁੰਚ ਬਣਾ ਲਈ ਹੈ ਤਾਂ ਭਾਰਤ ਦੇ ਵੱਲੋਂ ਇਸਲਾਮੀ ਜਥੇਬੰਦੀ ਤੇ ਪਾਕਿਸਤਾਨ ਦੇ ਬਿਆਨਾਂ ਨੂੰ ਰੱਦ ਕੀਤਾ ਗਿਆ ਹੈ। ਬੀਜੇਪੀ ਦੀ ਸਾਬਕਾ ਤਰਜਮਾਨ ਨੂਪੁਰ ਸ਼ਰਮਾ ਨੂੰ ਹੁਣ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਨੇ, ਕਿਉਂਕਿ ਨੂਪੁਰ ਸ਼ਰਮਾ ਨੇ ਹੀ ਵਿਵਾਦਿਤ ਬਿਆਨ ਦਿੱਤਾ ਸੀ। ਇਹਨਾਂ ਧਮਕੀਆਂ ਤੋਂ ਬਾਅਦ ਦਿੱਲੀ ਪੁਲਿਸ ਨੇ FIR ਦਰਜ ਕੀਤੀ ਹੈ, ਜਦਕਿ ਇਸ ਸਾਰੇ ਮਾਮਲੇ ਤੇ ਕਾਂਗਰਸ ਨੇ ਕਿਹਾ ਹੈ ਕਿ ਬੀਜੇਪੀ ਦੀ ਗਲਤੀ ਦਾ ਖਮਿਆਜ਼ਾ ਸਾਰੇ ਦੇਸ਼ ਨੂੰ ਹੁਣ ਭੁਗਤਣਾ ਪੈ ਰਿਹਾ ਹੈ। ਸਾਰੇ ਦੇਸ਼ ਦੇ ਬਾਰੇ ਹੀ ਹੁਣ ਬਾਹਰਲੇ ਮੁਲਕ ਨੇ ਜਿਹੜੇ ਉਹ ਬੋਲ ਰਹੇ ਨੇ। ਕਾਂਗਰਸ ਨੇ ਮੰਗ ਕੀਤੀ ਹੈ ਕਿ ਪੈਗੰਬਰ ਦੇ ਖਿਲਾਫ ਵਿਵਾਦਿਤ ਟਿੱਪਣੀਆਂ ਕਰਨ ਵਾਲੇ ਦੋਨੇ ਭਾਜਪਾ ਲੀਡਰਾਂ ਨੂੰ ਕਾਰਕੁਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ, ਕਿਉਂਕਿ ਉਹਨਾਂ ਦੇ ਬਿਆਨਾਂ ਕਰਕੇ ਪੂਰੇ ਦੇਸ਼ ਨੂੰ ਬਦਨਾਮੀ ਸਹਿਣੀ ਪੈ ਰਹੀ ਹੈ। ਪਾਕਿਸਤਾਨ ਨੇ ਭਾਰਤੀ ਮਿਸ਼ਨ ਦੇ ਅਧਿਕਾਰੀ ਨੂੰ ਤਲਬ ਕਰਕੇ ਪੈਗੰਬਰ ਮੁਹੰਮਦ ਬਾਰੇ ਕੀਤੀਆਂ ਇਤਰਾਜ਼ਯੋਗ ਟਿੱਪਣੀਆਂ ਦੀ ਆਲੋਚਨਾ ਕੀਤੀ ਹੈ। ਮੱਕਾ ਤੇ ਮਦੀਨਾ ਦੀਆਂ ਮਸੀਤਾਂ ਦੇ ਵੱਲੋਂ ਵੀ ਪੈਗੰਬਰ ਖਿਲਾਫ ਟਿੱਪਣੀਆਂ ਦੀ ਨਿਖੇਧੀ ਕੀਤੀ ਗਈ ਹੈ ਤੇ ਪਾਕਿਸਤਾਨੀ ਫੌਜ ਨੇ ਵੀ ਇਸ ਬਿਆਨ ਦੀ ਆਲੋਚਨਾ ਕੀਤੀ ਹੈ। ਹਾਲਾਂਕਿ ਬੀਜੇਪੀ ਨੇ ਤੁਰੰਤ ਕਾਰਵਾਈ ਕਰਦਿਆਂ ਨੂਪੁਰ ਸ਼ਰਮਾ ਨੂੰ ਉਸਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਅਤੇ ਬੀਜੇਪੀ ਨੂੰ ਸਪਸ਼ਟੀਕਰਨ ਵੀ ਦੇਣਾ ਪਿਆ ਹੈ ਕਿ ਬੀਜੇਪੀ ਸਾਰੇ ਧਰਮਾਂ ਦਾ ਸਨਮਾਨ ਕਰਦੀ ਹੈ। ਕੁਵੈਤ ਦੀ ਗੱਲ ਕਰ ਲਈਏ ਤਾਂ ਇੱਥੇ ਤਾਂ ਭਾਰਤੀ ਸਮਾਨ ਹੀ ਸੁਪਰਮਾਰਕੀਟ ਦੇ ਵਿੱਚੋਂ ਹਟਾ ਦਿੱਤਾ ਗਿਆ। ਕੁਵੈਤ ਦੀ ਇੱਕ ਸੁਪਰਮਾਰਕੀਟ ਨੇ ਭਾਰਤੀ ਉਤਪਾਦਾਂ ਨੂੰ ਆਪਣੀਆਂ ਅਲਮਾਰੀਆਂ 'ਚੋਂ ਬਾਹਰ ਕੱਢ ਦਿੱਤਾ। ਚਾਹ, ਚੌਲ ਤੇ ਮਸਾਲਿਆਂ ਸਮੇਤ ਹੋਰ ਭਾਰਤੀ ਉਤਪਾਦਾਂ ਨੂੰ ਢੱਕ ਕੇ ਅਰਬੀ ਦੇ ਵਿੱਚ ਲਿਖਿਆ ਗਿਆ, ਅਸੀਂ ਭਾਰਤੀ ਉਤਪਾਦਾਂ ਨੂੰ ਹਟਾ ਦਿੱਤਾ। ਸਾਨੂੰ ਕੁਵੈਤੀ ਮੁਸਲਮਾਨ ਵਜੋਂ ਪੈਗੰਬਰ ਦਾ ਅਪਮਾਨ ਸਵੀਕਾਰ ਨਹੀਂ ਹੈ। ਤੇ ਭਾਰਤੀ ਤਰਜਮਾਨ ਦੇ ਵੱਲੋਂ ਪੈਗੰਬਰ ਮੁਹੰਮਦ ਬਾਰੇ ਕੀਤੀਆਂ ਗਈਆਂ ਇਤਰਾਜ਼ਯੋਗ ਟਿੱਪਣੀਆਂ ਦਾ ਅਸਰ ਉਪ ਰਾਸ਼ਟਰਪਤੀ M ਵੈਂਕਈਆ ਨਾਇਡੂ ਦੇ ਕਤਰ ਦੌਰੇ ਤੇ ਵੀ ਪਿਆ ਹੈ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਵਿੱਚ ਕੁਝ ਹੋਰ ਖਬਰਾਂ ਤੁਹਾਨੂੰ ਵਿਸਥਾਰ ਨਾਲ ਦੱਸਦੇ ਹਾਂ।
6 ਜੂਨ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ 1984 ਦੇ ਵਿੱਚ ਕੀਤੇ ਗਏ ਫੌਜੀ ਹਮਲੇ ਦੀ ਯਾਦ ਦੇ ਵਿੱਚ ਬਰਸੀ ਸਮਾਗਮ ਮਨਾਏ ਗਏ। 38ਵੀਂ ਬਰਸੀ ਘੱਲੂਘਾਰੇ ਦਿਵਸ ਦੀ ਮਨਾਈ ਗਈ। ਸਰਕਾਰ ਦੇ ਅਤੇ ਐਸਜੀਪੀਸੀ ਦੇ ਸਖਤ ਸੁਰੱਖਿਆ ਪ੍ਰਬੰਧਾਂ ਦੇ ਹੇਠ ਸ਼ਾਂਤੀਪੂਰਨ ਸਮਾਗਮ ਸੰਪੰਨ ਹੋ ਗਏ। 4 ਜੂਨ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਰਖਵਾਏ ਗਏ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਸਭ ਤੋਂ ਪਹਿਲਾਂ ਤੜਕੇ 6 ਜੂਨ ਨੂੰ ਪਾਏ ਗਏ। ਫਿਰ ਸ਼ਹੀਦ ਸਿੰਘਾਂ ਸਿੰਘਣੀਆਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਅਰਦਾਸ ਕੀਤੀ ਗਈ। ਅਰਦਾਸ ਦੇ ਵਿੱਚ ਸਰਕਾਰ ਦੇ ਜ਼ਬਰ ਦਾ ਵਿਖਿਆਨ ਕਰਦਿਆਂ ਸਿੱਖ ਕੌਮ ਦੀ ਚੜ੍ਹਦੀ ਕਲਾ ਦੀ ਜੋਦੜੀ ਵੀ ਕੀਤੀ ਗਈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦਾ ਹੁਕਮਨਾਮਾ ਲਿਆ। ਉਸ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖ ਕੌਮ ਦੇ ਨਾਮ ਤਕਰੀਰ ਕਰਦਿਆਂ ਸਿੱਖਾਂ ਦੇ ਬਾਦਸ਼ਾਹਤ ਦੇ ਸੰਕਲਪ ਦੀ ਗੱਲ ਕੀਤੀ। ਕਹਿੰਦੇ ਦੇਸ਼ ਦੀ ਵੰਡ ਤੋਂ ਹੀ ਸਿੱਖਾਂ ਨੂੰ ਕਮਜ਼ੋਰ ਕਰਨ ਦੀਆਂ ਨੀਤੀਆਂ ਬਣੀਆਂ ਤੇ ਇਹਨਾਂ ਨੀਤੀਆਂ ਦਾ ਹੀ ਨਤੀਜਾ ਹੈ ਕਿ ਅੱਜ ਸਿੱਖਾਂ ਦੇ ਮੂਹਰੇ ਵੱਡੀਆਂ ਚੁਣੌਤੀਆਂ ਖੜੀਆਂ ਨੇ। ਪੰਜਾਬ ਦੇ ਪਿੰਡਾਂ ਦੇ ਵਿੱਚ ਈਸਾਈਅਤ ਦੇ ਵੱਧ ਰਹੇ ਪ੍ਰਚਾਰ ਤੇ ਚਿੰਤਾ ਪ੍ਰਗਟ ਕਰਦਿਆਂ ਜਥੇਦਾਰ ਨੇ ਸਾਰੇ ਸੰਤਾਂ ਮਹਾਪੁਰਸ਼ਾਂ ਨੂੰ ਏਸੀ ਕਮਰਿਆਂ ਚੋਂ ਨਿਕਲ ਕੇ ਪਿੰਡ ਪੱਧਰ ਤੇ ਪ੍ਰਚਾਰ ਕਰਨ ਦਾ ਹਲੂਣਾ ਵੀ ਮਾਰਿਆ ਹੈ, ਕਿਉਂਕਿ ਸਮਾਜਿਕ ਧਾਰਮਿਕ ਤੇ ਆਰਥਿਕ ਤੌਰ ਤੇ ਮਜ਼ਬੂਤ ਹੋਏ ਬਿਨਾਂ ਸਿਆਸੀ ਕਾਮਯਾਬੀ ਹਾਸਲ ਨਹੀਂ ਹੋ ਸਕਦੀ। ਜਥੇਦਾਰ ਨੇ ਪੰਜਾਬ ਸਰਕਾਰ ਵੱਲੋਂ ਇਸ ਵਾਰ ਗੁਰੂ ਕੀ ਨਗਰੀ ਵਿੱਚ ਕੀਤੇ ਗਏ ਸਖਤ ਸੁਰੱਖਿਆ ਪ੍ਰਬੰਧਾਂ ਤੇ ਵੀ ਸਰਕਾਰ ਨੂੰ ਜਵਾਬ ਦਿੱਤਾ ਤੇ ਸਭ ਤੋਂ ਅਹਿਮ ਇਸ ਵਾਰੀ ਜਥੇਦਾਰ ਨੇ ਫੇਰ ਹਥਿਆਰਾਂ ਦੀ ਸਿਖਲਾਈ ਦਾ ਸੱਦਾ ਦੇਣ ਦਾ ਬਿਆਨ ਦਿੱਤਾ, ਜਿਸ ਨੇ ਪੰਜਾਬ ਦੀ ਫਿਜ਼ਾ ਦੇ ਵਿੱਚ ਮੁੜ ਤੋਂ ਚਰਚਾ ਛੇੜ ਦਿੱਤੀ ਹੈ। ਜਥੇਦਾਰ ਨੇ ਸੁਨੇਹੇ ਦੇ ਨਾਲ ਐਲਾਨ ਵੀ ਕੀਤਾ ਕਿ ਰਵਾਇਤੀ ਸ਼ਸਤਰ ਵਿਦਿਆ ਦੇ ਨਾਲ ਅੱਜ ਦੇ ਨੌਜਵਾਨਾਂ ਨੂੰ ਆਧੁਨਿਕ ਹਥਿਆਰਾਂ ਦੀ ਸਿਖਲਾਈ ਦੀ ਵੀ ਲੋੜ ਹੈ। ਇਸ ਦੇ ਲਈ ਸੰਤਾਂ ਮਹਾਂਪੁਰਸ਼ਾਂ ਤੇ ਸਿੱਖ ਜਥੇਬੰਦੀਆਂ ਦੇ ਵੱਲੋਂ ਗੁਰੂ ਘਰਾਂ ਦੇ ਵਿੱਚ ਗੱਤਕਾ ਅਕੈਡਮੀਆਂ ਖੋਲਣ ਦੇ ਨਾਲ ਸ਼ੂਟਿੰਗ ਰੇਂਜਾਂ ਵੀ ਸਥਾਪਿਤ ਕਰਨੀਆਂ ਚਾਹੀਦੀਆਂ ਨੇ। ਜਥੇਦਾਰ ਨੇ ਸਪਸ਼ਟ ਤੌਰ ਤੇ ਕਿਹਾ ਕਿ ਲੋਕ ਲੁਕ ਕੇ ਹਥਿਆਰਾਂ ਦੀ ਸਿਖਲਾਈ ਦਿੰਦੇ ਨੇ, ਅਸੀਂ ਸ਼ਰੇਆਮ ਦੇਵਾਂਗੇ। ਜਥੇਦਾਰ ਨੇ ਸਾਰੇ ਸਿੱਖਾਂ ਨੂੰ ਧਾਰਮਿਕ ਅਤੇ ਸਿਆਸੀ ਤੌਰ ਤੇ ਇਕਜੁੱਟ ਹੋਣ ਦੀ ਅਪੀਲ ਵੀ ਕੀਤੀ। ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਪੜ੍ਹਾਈ ਵਿੱਚ ਮੱਲਾ ਮਾਰਨ ਦਾ ਸੁਨੇਹਾ ਦਿੱਤਾ। ਅਸੀਂ ਪੜ੍ਹਦੇ ਹਾਂ कि राज करेगा खालसा। कौन राज करूगा? खालसा राज करूगा। ते जे असी राज करने राज लेने ते सानू खालसा बनना पएगा। अज साडे सामने बहुत सारियां चुनौतियां जिहड़ियां ने वो खड़ियां ने, जिहड़ियां सानू कमज़ोर कर रहीआं ने धार्मिक तौर दे उत्ते, समाजिक तौर दे उत्ते और आर्थिक तौर दे उत्ते। सानू धार्मिक तौर दे उत्ते कमज़ोर करन वास्ते पंजाब दी इस धरती दे उत्ते ईसाईयत दा प्रचार जिहड़ा है बड़े जोर शोर दे नाल चलाया जा रहा है। पंजाब दे अंदर पिंड पिंड चर्चां बन रही और मसीतां बन रही। ये साडे वास्ते चिंता वाली गल है, साडे वास्ते फिक्र वाली गल है। मैं सारे महापुरखां नूं जिन्ने भी सिख धर्म नाल संबंधित महापुरख है ਜਿਹੜੇ ਪ੍ਰਚਾਰ ਦੀ ਸੇਵਾ ਕਰਦੇ ਰਹੇ ਨੇ, ਮੈਂ ਉਹਨਾਂ ਨੂੰ ਇਹ ਕਹਿਣਾ ਚਾਹਾਂਗਾ ਕਿ ਇੱਕ ਵਾਰੀ ਫੇਰ ਨਿਕਲੋ। ਜਿਵੇਂ ਸੰਤ ਬਾਬਾ ਗੁਰਬਚਨ ਸਿੰਘ ਜੀ ਭਿੰਡਰਾਂ ਵਾਲੇ, ਜਿਵੇਂ ਸੰਤ ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਵਾਲੇ, ਜਿਵੇਂ ਮਹਾਂਪੁਰਖ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲੇ, ਇਹਨਾਂ ਨੇ ਵਹੀਰਾਂ ਘੱਤ ਕੇ ਪਿੰਡਾਂ ਦੇ ਵਿੱਚ ਪ੍ਰਚਾਰ ਕੀਤਾ ਸੀ ਤੇ ਸਿੱਖੀ ਬੁਲੰਦ ਕੀਤੀ ਸੀ। ਅੱਜ ਵੀ ਮੈਂ ਇਹਨਾਂ ਮਹਾਂਪੁਰਖਾਂ ਨੂੰ ਅਪੀਲ ਕਰੂੰਗਾ कि पिंडां दे विच जाके खास तौर ते बॉर्डर एरिए दे पिंडां दे विच जाके सिक्खी नूं मजबूत करो। हुण एसी कमरियां चों बाहर निकलण दा समां आ गया। ਘੱਲੂਘਾਰਾ ਦਿਵਸ ਮੌਕੇ ਜਥੇਦਾਰ ਨੇ ਜੋ ਤਕਰੀਰ ਕੀਤੀ ਉਸ ਦੇ ਵਿੱਚ ਉਹਨਾਂ ਨੇ ਇਹ ਵੀ ਦੱਸਿਆ ਕਿ ਉਹਨਾਂ ਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ 5 ਜੂਨ ਨੂੰ ਕੀ ਮੁਲਾਕਾਤ ਹੋਈ ਸੀ। ਥੋੜਾ ਬਹੁਤ ਅੰਦਾਜ਼ਾ ਤਾਂ ਲੱਗ ਸਕਦਾ ਹੈ ਕਿ ਮੁਲਾਕਾਤ ਬਹੁਤ ਹੀ ਸੁਖਾਵੇਂ ਮਾਹੌਲ ਦੇ ਵਿੱਚ ਨਹੀਂ ਹੋਈ, ਕਿਉਂਕਿ ਜਥੇਦਾਰ ਨੇ ਜਦੋਂ ਕਿਹਾ ਕਿ ਐਤਕੀ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਸੁਰੱਖਿਆ ਦਾ ਵੱਡਾ ਘੇਰਾ ਪਾਇਆ ਹੋਇਆ, ਕਹਿੰਦੇ ਅਸੀਂ ਸਰਕਾਰ ਤੋਂ ਪੁੱਛਿਆ ਸੀ ਕਿ ਆਖਿਰਕਾਰ ਇੰਨਾ ਵੱਡਾ ਘੇਰਾ ਕਿਉਂ, ਸ਼ੇਰਾਂ ਨੂੰ ਸੁਰੱਖਿਆ ਦੀ ਲੋੜ ਨਹੀਂ ਹੈ। ਤਾਂ ਉਹਨਾਂ ਨੇ ਕਿਹਾ ਕਿ ਅਸੀਂ ਸਿੰਘਾਂ ਦੀ ਸੁਰੱਖਿਆ ਦੇ ਲਈ ਇਹ ਬਲ ਤੈਨਾਤ ਕੀਤੇ ਨੇ, ਵੱਡੀ ਗਿਣਤੀ ਵਿੱਚ ਤੈਨਾਤ ਕੀਤੇ ਨੇ। ਤਾਂ ਜਥੇਦਾਰ ਨੇ ਜਵਾਬ ਦਿੱਤਾ ਕਿ ਸਿੰਘਾਂ ਤੋਂ ਡਰਨ ਦੀ ਕੋਈ ਲੋੜ ਨਹੀਂ ਹੈ, ਕਿਉਂਕਿ ਸਿੱਖ ਕਦੇ ਵੀ ਨਿਹੱਥੇ ਤੇ ਵਾਰ ਨਹੀਂ ਕਰਦਾ। ਇਸ ਤਰ੍ਹਾਂ ਦੇ ਘੇਰੇ ਤਾਂ ਸ਼ੇਰਾਂ ਨੂੰ ਕਾਬੂ ਕਰਨ ਵਾਸਤੇ ਪਾਏ ਜਾਂਦੇ ਨੇ, ਜਦਕਿ ਇਹ ਸ਼ੇਰ ਨੇ ਜਿਹੜੇ ਉਹ ਬਿਨਾਂ ਮਤਲਬ ਕਿਸੇ ਤੇ ਹੱਥ ਨਹੀਂ ਚੁੱਕਦੇ। ਪੁੱਛਿਆ ਵੀ ਇਹਨੇ ਸੁਰੱਖਿਆ ਘੇਰੇ ਕਿਉਂ? ਕਹਿੰਦੇ ਜੀ ਸਿੱਖਾਂ ਦੀ ਸੁਰੱਖਿਆ ਵਾਸਤੇ। ਉਹ ਸਿੱਖਾਂ ਨੂੰ ਸੁਰੱਖਿਆ ਦੀ ਲੋੜ ਨਹੀਂ ਹੈ, ਸ਼ੇਰਾਂ ਨੂੰ ਸੁਰੱਖਿਆ ਦੀ ਲੋੜ ਨਹੀਂ ਹੈ। ਹਾਂ, ਸ਼ੇਰਾਂ ਤੋਂ ਸੁਰੱਖਿਆ ਦੀ ਲੋੜ ਹੈ ਤੇ ਤੁਸੀਂ ਸ਼ੇਰਾਂ ਤੋਂ ਸੁਰੱਖਿਅਤ ਕਰਨ ਵਾਸਤੇ ਇਹ ਜਿਹੜੇ ਸੁਰੱਖਿਆ ਦਸਤੇ ਜਾਂ ਸੁਰੱਖਿਆ ਦੀਵਾਰਾਂ ਜਿਹੜੀਆਂ ਨੇ ਬਣਾਈਆਂ ਨੇ,
ਇਹ ਸਾਨੂੰ ਦਿਸ ਰਹੀਆਂ ਨੇ। ਜਥੇਦਾਰ ਦੇ ਸੰਬੋਧਨ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ 1984 ਦੇ ਵਿੱਚ ਸ਼ਹੀਦ ਹੋਣ ਵਾਲੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੇ ਪੁੱਤਰ ਭਾਈ ਈਸ਼ਰ ਸਿੰਘ ਸਮੇਤ ਸ਼ਹੀਦ ਸਿੰਘ ਸਿੰਘਣੀਆਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਅਕਾਲੀ ਦਲ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਸਮੇਤ ਸ਼੍ਰੀ ਅਕਾਲ ਤਖਤ ਸਾਹਿਬ ਦੇ ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਅਤੇ ਹੋਰ ਸਿੱਖ ਲੀਡਰ ਵੀ ਪਹੁੰਚੇ ਹੋਏ ਸਨ। ਭਾਈ ਜਗਤਾਰ ਸਿੰਘ ਹਵਾਰਾ ਦੇ ਵੱਲੋਂ ਭੇਜਿਆ ਗਿਆ ਸੰਦੇਸ਼ ਵੱਖਰੇ ਤੌਰ ਤੇ ਪੜ੍ਹਿਆ ਗਿਆ। ਇਸ ਮੌਕੇ ਸਿਮਰਨਜੀਤ ਸਿੰਘ ਮਾਨ ਦੀ ਤਬੀਅਤ ਵੀ ਖਰਾਬ ਹੋ ਗਈ ਸੀ। ਜ਼ਿਆਦਾ ਸੰਗਤ ਹੋਣ ਕਰਕੇ ਗਰਮੀ ਦੇ ਮੌਸਮ ਕਰਕੇ ਖਾਸ ਗੱਲ ਦੇਖਣ ਨੂੰ ਮਿਲੀ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਦੇ ਸਾਹਮਣੇ ਸਾਰੀ ਥਾਂ ਸਿਵਲ ਵਰਦੀ ਵਿੱਚ ਤੈਨਾਤ ਪੁਲਿਸ ਅਤੇ ਕਾਲੀਆਂ ਦਸਤਾਰਾਂ ਦੇ ਵਿੱਚ ਤੈਨਾਤ ਐਸਜੀਪੀਸੀ ਦੀ ਟਾਸਕ ਫੋਰਸ ਨੇ ਘੇਰੀ ਹੋਈ ਸੀ, ਜਦਕਿ ਸੰਗਤ ਬਾਉਂਡਰੀ ਦੇ ਨਾਲ ਜਾਂ ਦੂਰ ਤੱਕ ਖੜ ਕੇ ਸਮਾਗਮ ਦੇ ਵਿੱਚ ਸ਼ਾਮਿਲ ਹੋਈ। ਸ਼੍ਰੋਮਣੀ ਅਕਾਲੀ ਦਲ ਜਿਸ ਦੇ ਸਾਰੇ ਧੜੇ ਆਪਣੀ ਸਰਪ੍ਰਸਤੀ ਅਤੇ ਭਰੋਸੇਯੋਗਤਾ ਗਵਾ ਚੁੱਕੇ ਹਨ ਨੂੰ ਮੁੜ ਪੁਨਰ ਸਰਜੀਤ ਕਰਨ ਵਾਸਤੇ ਉਦਮ ਕੀਤਾ ਜਾਵੇ। ਅੱਜ ਸਿੱਖ ਪੰਥ ਅਤੇ ਪੰਜਾਬ ਉੱਤੇ ਚੌਪਾਸੜ ਹਮਲਾ ਹੋ ਰਿਹਾ ਹੈ। ਸਿੱਖ ਪਲਾਇਨ ਕਰਕੇ ਵਿਦੇਸ਼ੀ ਧਰਤੀ ਉੱਤੇ ਵਸਦੇ ਜਾ ਰਹੇ ਹਨ। ਪੰਜਾਬ ਖਾਲੀ ਹੋ ਰਿਹਾ ਹੈ। ਇੱਥੋਂ ਰਹਿੰਦੇ ਸਿੱਖ ਬੱਚੇ ਨਸ਼ਿਆਂ ਦੀ ਅਲਾਮਤ ਨੇ ਘੇਰ ਲਏ ਹਨ। ਸਮਾਗਮ ਸ਼ਾਂਤੀਪੂਰਨ ਸੰਪੰਨ ਹੋਣ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਨੇ ਘੱਲੂਘਾਰਾ ਦਿਵਸ ਮੌਕੇ ਪਹੁੰਚਣ ਵਾਲੀ ਸਾਰੀ ਸੰਗਤ ਦਾ ਧੰਨਵਾਦ ਕੀਤਾ। ਉਹਨਾਂ ਨੇ ਕਿਹਾ ਕਿ ਪ੍ਰਸ਼ਾਸਨ ਦੇ ਵੱਲੋਂ ਸਖਤ ਨਾਕੇਬੰਦੀ ਕਰਕੇ ਹਾਲਾਂਕਿ ਤਣਾਅ ਦਾ ਮਾਹੌਲ ਸੀ, ਪਰ ਸਿੱਖ ਜਥੇਬੰਦੀਆਂ ਨੇ ਦਿਹਾੜਾ ਬਹੁਤ ਹੀ ਅਮਨ ਅਮਾਨ ਤੇ ਸ਼ਾਂਤੀਪੂਰਵਕ ਤਰੀਕੇ ਨਾਲ ਮਨਾਇਆ ਹੈ। ਇਸ ਲਈ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ। ਮੈਂ ਸਾਰੀਆਂ ਸਤਿਕਾਰਤ ਪੋਲੀਟੀਕਲ ਪਾਰਟੀਆਂ ਦੇ ਖਾਸ ਤੌਰ ਤੇ ਸਿੱਖ ਪਾਰਟੀਆਂ ਦੇ ਆਗੂ ਬੈਠੇ ਨੇ, ਉਹਨਾਂ ਦਾ ਧੰਨਵਾਦ ਕਰਦਾ ਹਾਂ। ਆਪ ਸਾਰੀ ਸੰਗਤ ਦਾ ਧੰਨਵਾਦ। ਸਿੱਖ ਜਥੇਬੰਦੀਆਂ ਸੰਪਰਦਾਵਾਂ ਦਾ ਸੰਸਥਾਵਾਂ ਦਾ ਧੰਨਵਾਦ। ਅਸੀਂ ਇਕੱਠੇ ਹੋ ਕੇ ਚੱਲੀਏ। ਪਿੰਡਾ ਬੜਾ ਵਿਖੜਾ ਹੈ ਸਾਧ ਸੰਗਤ ਜੀ। ਜਦੋਂ ਕੱਲਾ ਬੰਦਾ ਕੋਈ ਪਿੰਡੇ ਦੇ ਉੱਤੇ ਸਫ਼ਰ ਕਰਦਾ ਹੈ ਤੇ ਬਹੁਤ ਤੰਗੀ ਆਉਂਦੀ ਹੈ, ਬਹੁਤ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਰ ਜਦੋਂ ਕਾਫਲੇ ਬਣਾ ਕੇ ਵਿਖੜੇ ਪਿੰਡਿਆਂ ਦੇ ਉੱਤੇ ਤੁਰਿਆ ਜਾਂਦਾ ਹੈ ਮਤਭੇਦ ਭੁਲਾ ਕੇ, ਤੇ ਉਦੋਂ ਵਿਖੜੇ ਪਿੰਡੇ ਵੀ ਜਿਹੜੇ ਆ ਉਹ ਆਸਾਨ ਹੋ ਜਾਂਦੇ ਆ। ਅਸੀਂ ਬੁਲੰਦੀਆਂ ਛੂਵਾਂਗੇ, ਗੁਰੂ ਦੇ ਬਣ ਜਾਈਏ। ਗੁਰੂ ਸਾਡੇ ਨਾਲ ਹੈ, ਗੁਰੂ ਦੀ ਅਸੀਸ ਸਾਡੇ ਨਾਲ ਹੈ। ਜਥੇਦਾਰ ਹਰਪ੍ਰੀਤ ਸਿੰਘ ਨੇ ਜਿਹੜਾ ਬਿਆਨ ਦਿੱਤਾ ਹੈ ਹਥਿਆਰਾਂ ਦੀ ਸਿਖਲਾਈ ਦਾ, ਉਸ ਤੇ ਕਾਂਗਰਸ ਦੇ ਲੀਡਰ ਸੁਖਜਿੰਦਰ ਸਿੰਘ ਰੰਧਾਵਾ ਨੇ ਜਥੇਦਾਰ ਨੂੰ ਘੇਰਿਆ ਹੈ। ਟਵੀਟ ਕੀਤਾ ਰੰਧਾਵਾ ਨੇ ਲਿਖਿਆ, ਕਹਿੰਦੇ ਜਦੋਂ ਤੋਂ ਤੁਸੀਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਬਣੇ ਹੋ ਉਦੋਂ ਤੋਂ ਲੈ ਕੇ ਹੁਣ ਤੱਕ ਕਿੰਨੀਆਂ ਧਰਮ ਪ੍ਰਚਾਰ ਕਮੇਟੀਆਂ ਬਣਾਈਆਂ ਗਈਆਂ ਜੋ ਕਿ ਸਾਡੇ ਧਰਮ ਦਾ ਪ੍ਰਚਾਰ ਕਰ ਸਕਣ। ਉਹਨਾਂ ਨੇ ਕਿਹੜੇ ਇਲਾਕਿਆਂ ਵਿੱਚ ਧਰਮ ਪ੍ਰਚਾਰ ਕੀਤਾ, ਕਿੰਨਿਆਂ ਨੂੰ ਗੁਰੂ ਘਰ ਦੇ ਨਾਲ ਜੋੜਿਆ ਤੇ ਕਿੰਨਿਆਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਅੰਮ੍ਰਿਤਪਾਨ ਕੀਤਾ, ਸਾਨੂੰ ਜਵਾਬ ਦਿਓ। ਕਿਉਂਕਿ ਤੁਹਾਡਾ ਕਰਮ ਹੈ ਗੁਰੂ ਦਾ ਸਿੱਖ ਬਣਾਉਣਾ, ਤੇ ਜਦੋਂ ਗੁਰੂ ਦਾ ਸਿੱਖ ਬਣ ਗਿਆ ਉਹ ਆਪਣੀ ਰੱਖਿਆ ਆਪ ਕਰ ਸਕਦਾ ਹੈ। ਕਿਉਂਕਿ ਜੇ ਗੁਰੂ ਸਾਹਿਬ ਨੇ ਸਿੰਘ ਸ਼ਬਦ ਸਾਨੂੰ ਦਿੱਤਾ ਹੈ ਤਾਂ ਸਿੰਘ ਦਾ ਮਤਲਬ ਸ਼ੇਰ ਹੁੰਦਾ ਤੇ ਸ਼ੇਰ ਨੂੰ ਕਿਸੇ ਟ੍ਰੇਨਿੰਗ ਦੀ ਲੋੜ ਨਹੀਂ ਹੁੰਦੀ। ਸੋ ਸੁਖਜਿੰਦਰ ਸਿੰਘ ਰੰਧਾਵਾ ਨੇ ਜਥੇਦਾਰ ਨੂੰ ਇਹ ਕਹਿੰਦਿਆਂ ਘੇਰਿਆ ਹੈ। ਸੁਖਜਿੰਦਰ ਰੰਧਾਵਾ ਨੇ ਹਾਲਾਂਕਿ ਜਥੇਦਾਰ ਨੂੰ ਬੜੇ ਤਿੱਖੇ ਸਵਾਲ ਕੀਤੇ ਨੇ, ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਜਥੇਦਾਰ ਹਰਪ੍ਰੀਤ ਸਿੰਘ ਦੇ ਬਿਆਨ ਦਾ ਸਮਰਥਨ ਕੀਤਾ ਹੈ। ਉਹਨਾਂ ਨੇ ਕਿਹਾ ਕਿ ਜਥੇਦਾਰ ਸਾਹਿਬ ਦੇ ਬਿਆਨ ਨੂੰ ਹੋਰ ਪਾਸੇ ਨਾ ਲਿਆ ਜਾਵੇ। ਦੇਸ਼ ਦੇ ਵਿੱਚ ਉਂਝ ਵੀ ਵੱਖ-ਵੱਖ ਸ਼ੂਟਿੰਗ ਸੈਂਟਰ ਬਣੇ ਹੁੰਦੇ ਨੇ, ਜੇ ਕੋਈ ਇਨਸਾਨ ਉਸ ਦੀ ਟ੍ਰੇਨਿੰਗ ਲੈਂਦਾ ਹੈ ਤਾਂ ਕੋਈ ਮਾੜੀ ਗੱਲ ਨਹੀਂ ਹੈ। ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ਤੇ ਬੋਲਦਿਆਂ ਸੀਪੀਸੀ ਪ੍ਰਧਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਨੂੰ ਚਿੱਠੀ ਲਿਖੀ ਨੂੰ 15-16 ਦਿਨ ਹੋ ਗਏ ਨੇ। ਅਸੀਂ ਮੁਲਾਕਾਤ ਲਈ ਸਮਾਂ ਮੰਗਿਆ ਹੈ ਪਰ ਸਾਨੂੰ ਹਾਲੇ ਤੱਕ ਕੋਈ ਜਵਾਬ ਨਹੀਂ ਮਿਲਿਆ। 1984 ਦੇ ਵਿੱਚ ਘੱਲੂਘਾਰੇ ਮੌਕੇ ਫੌਜ ਦੇ ਵੱਲੋਂ ਚੁੱਕੇ ਗਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੁਰਾਤਨ ਸਰੂਪਾਂ ਬਾਰੇ ਬੋਲਦਿਆਂ ਪ੍ਰਧਾਨ ਨੇ ਕਿਹਾ ਕਿ ਅਸੀਂ ਜੁਲਾਈ ਦੇ ਵਿੱਚ ਅਦਾਲਤ ਵਿੱਚ ਇਸ ਗੱਲ ਦਾ ਜਵਾਬ ਦੇਣ ਜਾ ਰਹੇ ਹਾਂ। 1984 ਵਿੱਚ ਚੱਕੇ ਲੈ ਗਏ ਸੀ, ਉਹ ਆਰਮੀ ਨੂੰ ਚੱਕੇ ਗਏ ਸੀ, ਉਹਨਾਂ ਬਾਰੇ ਕੀ ਕਹਿਣਾ? ਅਸੀਂ ਜੁਲਾਈ ਦੇ ਵਿੱਚ ਹਾਈ ਕੋਰਟ ਦੇ ਵਿੱਚ ਹੈਗੀ ਸਾਡੀ ਪੀਸੀ, ਉਹਦਾ ਅਸੀਂ ਜਵਾਬ ਦੇਵਾਂਗੇ। ਉਸ ਤੋਂ ਬਾਅਦ ਤੁਹਾਨੂੰ ਉਹ ਵੀ ਸਾਰਾ ਨਸ਼ਰ ਕਰਦੇ ਹਾਂ ਕਿ ਕੀ ਹੈਗਾ, ਕੀ ਆਇਆ, ਕੀ ਗਿਆ। ਸਿੰਘ ਸਾਹਿਬਾਂ ਨੇ ਅੱਜ ਵੱਖ-ਵੱਖ ਜਥੇਬੰਦੀਆਂ ਨੂੰ ਵੀ ਅਪੀਲ ਕੀਤੀ, ਮਹਾਂਪੁਰਸ਼ਾਂ ਦੀ ਵੀ ਅਪੀਲ ਕੀਤੀ ਆ। ਤੇ ਆਦਿ ਕਾਲ ਕਿਸੇ ਵੇਲੇ ਸਿੰਘ ਸਭਾ ਲਹਿਰ ਸ਼ੁਰੂ ਹੋਈ ਸੀ। ਇਹ ਸਾਰੀਆਂ ਮੈਂ ਸਮਝਦਾ ਸਿੱਖ ਕੌਮ ਨੂੰ ਗ੍ਰਹਿਣ ਕਰਨ ਵਾਲੀਆਂ ਗੱਲਾਂ, ਜਿਹੜੀਆਂ ਸੁਚੇਤ ਹੋ ਕੇ ਮੁੱਖ ਨੂੰ ਧਰਮ ਗ੍ਰਹਿਣ ਕਰੂਗਾ ਤਾਂ ਫਿਰ ਉਹ ਵੇਸਲਾ ਨਹੀਂ ਰਹਿੰਦਾ। ਇਸ ਮੌਕੇ ਪਹੁੰਚੇ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ 6 ਜੂਨ 84 ਨੂੰ ਵਾਪਰੇ ਦੁਖਾਂਤ ਦਾ ਅੱਜ ਤੱਕ ਸਿੱਖਾਂ ਨੂੰ ਕਿਸੇ ਵੀ ਤਰੀਕੇ ਨਾਲ ਕੋਈ ਇਨਸਾਫ ਨਹੀਂ ਮਿਲ ਸਕਿਆ। ਪੱਤਰਕਾਰਾਂ ਨੇ ਜਦੋਂ ਸੰਗਰੂਰ ਜ਼ਿਮਨੀ ਚੋਣ ਬਾਰੇ ਸਵਾਲ ਪੁੱਛਿਆ ਕਿ ਇੱਕ ਭੈਣ ਨੇ ਤੁਹਾਡਾ ਸਮਰਥਨ ਮੰਗਿਆ ਹੈ, ਉਸ ਤੋਂ ਬਾਅਦ ਸਿਮਰਨਜੀਤ ਸਿੰਘ ਮਾਨ ਇਸ ਸਵਾਲ ਤੋਂ ਨਾਰਾਜ਼ ਹੋ ਗਏ ਤੇ ਪੱਤਰਕਾਰਾਂ ਦੇ ਕਿਸੇ ਵੀ ਸਵਾਲ ਦਾ ਜਵਾਬ ਦਿੱਤੇ ਬਿਨਾਂ ਹੀ ਤੁਰ ਗਏ। ਤੁਸੀਂ ਬੰਦੀਆਂ ਦੀ ਗੱਲ ਕਰਨ ਆਏ ਹੋ। ਹੁਣ ਜਿਹੜੀ ਕੌਮ ਦੀ ਆਵਾਜ਼ ਹੈ ਕਿ ਬੰਦੀਆਂ ਨੂੰ ਐਸਜੀਪੀਸੀ ਦਮਦਮੀ ਟਕਸਾਲ
ਤਖਤ ਦਾ ਜਥੇਦਾਰ ਬਣਾਇਆ ਜਾਵੇ, ਇਸ ਨੂੰ ਪੂਰਾ ਕਰੋ। ਕਿਉਂ ਕਰਕੇ ਤੁਸੀਂ ਨਜਾਇਜ਼ SGPC ਤੇ ਬੈਠੇ ਹੋ। ਇਹਦੀ ਮਿਆਦ 5 ਸਾਲ ਹੁੰਦੀ ਹੈ, ਪਰ 11 ਸਾਲ ਤੋਂ SGPC ਦੇ ਇਲੈਕਸ਼ਨ ਨਹੀਂ ਹੋ ਰਹੇ। ਇਹ ਬੰਦੀ ਸਿੰਘਾਂ ਦੀ ਗੱਲ ਕਰਦੇ ਆ। ਇਸ ਕਰਕੇ ਸਾਡੀ ਪਾਰਟੀ ਕਹਿੰਦੀ ਹੈ ਕਿ ਜਿਹੜੀ SGPC ਦੀ ਪ੍ਰਧਾਨਗੀ ਹੈ, ਧਾਮੀ ਸਾਹਿਬ ਤੁਸੀਂ ਨੂੰ ਛੱਡ ਕੇ ਹਵਾੜਾ ਸਾਹਿਬ ਨੂੰ, ਭੁੱਲਰ ਨੂੰ SGPC ਦਾ ਪ੍ਰਧਾਨ ਬਣਾਓ। ਅਕਾਲ ਤਖਤ ਦਾ ਜਥੇਦਾਰ ਹਵਾੜਾ ਸਾਹਿਬ ਬਣਾਓ, ਜਿਹੜਾ ਸਰਬੱਤ ਖਾਲਸੇ ਦੇ ਵਿੱਚ ਐਲਾਨ ਹੋ ਗਿਆ ਸੀ। ਔਰ ਦਮਦਮੀ ਟਕਸਾਲ ਦਾ ਪ੍ਰਧਾਨ ਆਪਣਾ ਲਾਹੌਰੀਆ ਸਾਹਿਬ, ਜਿਹੜਾ 30 ਸਾਲ ਜੇਲ੍ਹ ਕੱਟ ਕੇ ਆਇਆ, ਉਸ ਨੂੰ ਦਮਦਮੀ ਟਕਸਾਲ ਦਾ ਜਥੇਦਾਰ ਬਣਾਇਆ ਜਾਵੇ। ਹੁਣ ਪਿੱਛੇ ਨਾ ਹਟਿਓ। 6 ਜੂਨ ਨੂੰ ਘੱਲੂਘਾਰਾ ਦਿਵਸ ਤੋਂ ਇੱਕ ਦਿਨ ਪਹਿਲਾਂ 5 ਜੂਨ ਦੀ ਸ਼ਾਮ ਨੂੰ ਦਲ ਖਾਲਸਾ ਦੀ ਅਗਵਾਈ ਦੇ ਵਿੱਚ ਵੱਖ-ਵੱਖ ਸਿੱਖ ਜਥੇਬੰਦੀਆਂ ਨੇ ਭਾਈ ਵੀਰ ਸਿੰਘ ਗੁਰਦੁਆਰਾ ਲਾਰੈਂਸ ਰੋਡ ਤੋਂ ਲੈ ਕੇ ਸ਼੍ਰੀ ਅਕਾਲ ਤਖਤ ਸਾਹਿਬ ਤੱਕ ਆਜ਼ਾਦੀ ਮਾਰਚ ਕੱਢਿਆ। ਇਸ ਮੌਕੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਵੀ ਲਾਏ ਗਏ। ਪੰਜਾਬ ਦੀ ਆਜ਼ਾਦੀ ਦੀ ਮੰਗ ਕੀਤੀ ਗਈ। ਇਹ ਮਾਰਚ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਜਾ ਕੇ ਸਮਾਪਤ ਹੋਇਆ। ਇੱਥੇ ਸਮਾਪਤੀ ਦੀ ਅਰਦਾਸ ਹੋਈ ਅਤੇ ਸ਼ਹੀਦ ਸਿੰਘ ਸਿੰਘਣੀਆਂ ਨੂੰ ਸ਼ਰਧਾਂਜਲੀ ਵੀ ਭੇਂਟ ਕੀਤੀ ਗਈ। ਇਹਨਾਂ ਸਰਕਾਰਾਂ ਨੂੰ ਇਹਨਾਂ ਵੀ ਨਹੀਂ ਪੁੱਛਦਾ ਵੀ ਇਹ ਜਿਹੜੇ ਆਪਣੇ ਦੁੱਖ ਦੀ ਘੜੀ ਦੇ ਵਿੱਚ 6 ਦਿਨ ਕੱਢਦੇ ਆ, ਇਹ ਵੀ ਨਹੀਂ ਚੰਗੀ ਤਰ੍ਹਾਂ ਕੱਢਣ ਦਿੰਦੇ। ਕੋਈ ਸ਼ਿਵ ਸੈਨਾ ਵਾਲਾ ਕੋਈ ਆਪਣਾ ਪੰਗਾ ਪਾ ਕੇ ਬਹਿ ਜਾਂਦਾ, ਕੋਈ ਆਪਣੇ ਰੰਡੀ ਰੋਣੇ ਸ਼ੁਰੂ ਕਰ ਦਿੰਦੇ ਹੈਗੇ ਆ। ਪਹਿਲੀ ਗੱਲ ਤਾਂ ਮੈਂ ਇਹ ਪੁੱਛਦਾ ਸਰਕਾਰਾਂ ਨੂੰ ਵੀ ਸਿਰਫ ਸਿੱਖ ਕੌਮ ਹੀ ਤੁਹਾਨੂੰ ਨਜ਼ਰ ਆਉਂਦੀ ਆ? ਸਿਰਫ ਕਮੈਂਟਸ ਕਰਨ ਵਾਸਤੇ ਸਿੱਖ ਕੌਮ ਦੇ ਵਿੱਚ ਹੀ ਕਦੀ ਆਪਾਂ ਖਾਲਿਸਤਾਨ ਦੇ ਮੁਰਦਾਬਾਦ ਦੇ ਨਾਅਰੇ ਲਾਉਣੇ, ਕਦੀ ਕੁਛ ਕਰਨਾ, ਕਦੀ ਭਿੰਡਰਾਲੇ ਨੂੰ ਸੰਤਾਂ ਨੂੰ ਕੋਸਦੇ। ਕਿਹੜੀ ਗੱਲੋਂ? ਅਦਾਲਤ ਦੇ ਵਿੱਚ ਕੋਈ ਕੇਸ ਨਹੀਂ ਸੰਤਾਂ ਦੇ ਖਿਲਾਫ, ਕੋਈ ਉਹਨਾਂ ਦੇ ਰਿਪੋਰਟ ਨਹੀਂ ਹੈਗੀ, ਤੇ ਫਿਰ ਉਹ ਕਿੱਦਾਂ ਅੱਤਵਾਦੀ ਹੋ ਸਕਦੇ? ਪਹਿਲਾਂ ਮੈਨੂੰ ਦੱਸੋ। ਅੱਤਵਾਦੀ ਹੁੰਦਾ ਨਾ ਬੰਦਾ ਜੇ ਉਹਦੇ ਕੋਲ ਤੇ ਐਲੀਗੇਸ਼ਨ ਕੋਈ ਲੱਗਦਾ ਹੋਵੇ। ਜੇ ਸੋਚੀ ਸਮਝੀ ਸਕੀਮ ਨਾਲ ਭਾਰਤ ਨੇ ਜੇ ਸੋਚਿਆ ਵਾ ਵੀ ਸਿੱਖਾਂ ਨੂੰ ਗੁਲਾਮ ਰੱਖ ਲਾਂਗੇ, ਤੇ ਉਹਨਾਂ ਦੀ ਭੈੜੀ ਸੋਚ ਹੈਗੀ ਆ। ਜਿਹੜੀ ਚੌਲ ਖਾਣ ਵਾਲੀ ਕੌਮ ਜਿਹੜੀ ਹੈਗੀ ਆ, ਉਹ ਸਿੱਖਾਂ ਨੂੰ ਕਦੀ ਗੁਲਾਮ ਨਹੀਂ ਕਰ ਸਕਦੀ। ਯਾਦ ਰੱਖਣਾ। ਘੱਲੂਘਾਰਾ ਦਿਵਸ ਦੇ ਮੱਦੇਨਜ਼ਰ ਦਲ ਖਾਲਸਾ ਦੇ ਵੱਲੋਂ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ 6 ਜੂਨ ਨੂੰ ਅੰਮ੍ਰਿਤਸਰ ਬੰਦ ਦਾ ਸੱਦਾ ਦਿੱਤਾ ਗਿਆ ਤੇ ਅੰਮ੍ਰਿਤਸਰ ਬੰਦ ਦੇ ਸੱਦੇ ਨੂੰ ਭਰਵਾਂ ਹੁੰਗਾਰਾ ਮਿਲਿਆ। ਅੰਮ੍ਰਿਤਸਰ ਦੇ ਵਿੱਚ ਤਕਰੀਬਨ ਹਰ ਸੜਕ ਦੇ ਉੱਤੇ ਬਾਜ਼ਾਰ ਬੰਦ ਦੇਖੇ ਗਏ। ਦਲ ਖਾਲਸਾ ਦੇ ਵੱਲੋਂ ਹਰ ਸਾਲ ਕੀਤੇ ਗਏ ਫੌਜੀ ਹਮਲੇ ਦੇ ਰੋਸ ਦੇ ਵਿੱਚ ਬੰਦ ਦਾ ਸੱਦਾ ਦਿੱਤਾ ਜਾਂਦਾ ਹੈ। ਸਿੱਧੂ ਮੂਸੇਵਾਲਾ ਕਤਲकांड ਦੇ ਨਾਲ ਜੁੜੀ ਵੱਡੀ ਖਬਰ ਹੈ। ਪੁਲਿਸ ਨੂੰ ਇੱਕ ਨਵੀਂ CCTV ਮਿਲੀ ਹੈ ਤੇ ਸਿੱਧੂ ਮੂਸੇਵਾਲੇ ਦੇ ਘਰੋਂ ਨਿਕਲਣ ਤੋਂ ਪਹਿਲਾਂ ਸੈਲਫੀ ਲੈਣ ਵਾਲੇ 2 ਨੌਜਵਾਨ ਸ਼ੱਕ ਦੇ ਘੇਰੇ ਵਿੱਚ ਨੇ। ਪੁਲਿਸ ਇਸ ਵੀਡੀਓ ਫੁਟੇਜ ਦੀ ਜਾਂਚ ਕਰ ਰਹੀ ਹੈ। ਇਸ ਵੀਡੀਓ ਫੁਟੇਜ ਦੇ ਵਿੱਚ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ 29 ਮਈ ਨੂੰ ਆਪਣੇ ਘਰ ਚੋਂ ਬਾਹਰ ਨਿਕਲਦੇ ਦਿਖਾਈ ਦੇ ਰਹੇ ਨੇ। ਪੁਲਿਸ ਨੂੰ ਸ਼ੱਕ ਹੈ ਕਿ ਹਮਲੇ ਤੋਂ ਪਹਿਲਾਂ 2 ਮੁੰਡਿਆਂ ਨੇ ਸਿੱਧੂ ਮੂਸੇਵਾਲੇ ਦੇ ਘਰੋਂ ਨਿਕਲਣ ਦੀ ਜਾਣਕਾਰੀ ਹਮਲਾਵਰਾਂ ਨੂੰ ਦਿੱਤੀ ਸੀ। ਤੇ ਇਹ ਵੀ ਤੁਹਾਨੂੰ ਦੱਸ ਦਿੰਦੇ ਹਾਂ ਕਿ ਖਾਲਸ ਟੀਵੀ ਤੇ ਅਸੀਂ ਦੂਸਰੇ ਦਿਨ ਹੀ ਇਹ ਖਬਰ ਜਿਹੜੀ ਨਸ਼ਰ ਕਰ ਦਿੱਤੀ ਸੀ ਕਿ ਸਿੱਧੂ ਮੂਸੇਵਾਲੇ ਦੇ ਘਰ ਦੇ ਵਿੱਚ ਕੰਮ ਕਰਨ ਵਾਲੇ ਇੱਕ ਵਿਅਕਤੀ ਨੇ, ਮੂਸੇ ਪਿੰਡ ਦੇ ਹੀ ਵਿਅਕਤੀ ਨੇ, ਜੋ ਰਿਸ਼ਤੇ ਵਜੋਂ ਸਿੱਧੂ ਮੂਸੇਵਾਲੇ ਦਾ ਚਾਚਾ ਲੱਗਦਾ, ਉਸਨੇ ਦੱਸਿਆ ਸੀ ਕਿ ਇੱਕ ਮੁੰਡਾ ਸੈਲਫੀ ਲੈਣ ਵਾਸਤੇ ਆਇਆ ਸੀ। ਕਾਫੀ ਚਿਰ ਉਡੀਕ ਵੀ ਕਰਦਾ ਰਿਹਾ। ਉਸ ਤੋਂ ਬਾਅਦ ਉਹਨੇ ਬਾਹਰ ਜਾ ਕੇ ਫੋਨ ਕੀਤਾ ਸੀ ਕਿਸੇ ਨੂੰ ਕਿ ਤੁਰ ਪਿਆ। ਇਹ ਉਹਨਾਂ ਦੀ ਗੋਹੇ ਕੂੜੇ ਵਾਲੀ ਨੇ ਗੱਲ ਸੁਣੀ ਸੀ, ਪਰ ਪੁਲਿਸ ਹੁਣ ਇਸ ਮਾਮਲੇ ਦੀ ਜਾਂਚ ਹੈ ਜਿਹੜੀ ਉਹ ਕਰ ਰਹੀ ਹੈ। ਇਹ ਵੀ ਪਤਾ ਲੱਗਿਆ ਹੈ ਕਿ ਵੀਡੀਓ ਫੁਟੇਜ ਦੇ ਵਿੱਚ ਜਿਹੜੇ 2 ਲੜਕੇ ਦਿਖਾਈ ਦੇ ਰਹੇ ਸਨ, ਉਹ 2-3 ਦਿਨ ਪਹਿਲਾਂ ਵੀ ਸਿੱਧੂ ਮੂਸੇਵਾਲੇ ਦੇ ਘਰ ਦੇ ਆਸ-ਪਾਸ ਘੁੰਮਦੇ ਦੇਖੇ ਗਏ। ਵੀਡੀਓ ਦੇ ਵਿੱਚ ਲੜਕਿਆਂ ਦਾ ਇੱਕ ਗੁੱਟ ਸਿੱਧੂ ਮੂਸੇਵਾਲੇ ਦੀ ਕਾਲੀ ਥਾਰ ਦੇ ਸਾਹਮਣੇ ਖੜਾ ਦਿਖਾਈ ਦੇ ਰਿਹਾ ਹੈ। ਜਦੋਂ ਸਿੱਧੂ ਮੂਸੇਵਾਲੇ ਦੀ ਥਾਰ ਘਰੋਂ ਬਾਹਰ ਨਿਕਲਦੀ ਹੈ ਤਾਂ ਇਹ ਸੈਲਫੀ ਲੈਣ ਦੇ ਲਈ ਇਕੱਠੇ ਹੋ ਜਾਂਦੇ ਨੇ। ਉਹਨਾਂ ਦੇ ਵਿੱਚੋਂ ਇੱਕ ਲੜਕਾ ਡਰਾਈਵਰ ਵਾਲੇ ਪਾਸੇ ਹੋ ਜਾਂਦਾ ਜਿੱਥੇ ਸਿੱਧੂ ਮੂਸੇਵਾਲਾ ਬੈਠਾ ਹੈ, ਗਾਇਕ ਦੇ ਨਾਲ ਸੈਲਫੀ ਵੀ ਲੈਂਦਾ। ਸੈਲਫੀ ਲੈਣ ਤੋਂ ਬਾਅਦ ਇਹ ਇੱਕ ਨੰਬਰ ਡਾਇਲ ਕਰਦਾ ਵੀ ਨਜ਼ਰ ਆਉਂਦਾ ਹੈ। ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਕੀ ਉਹ ਮੂਸੇਵਾਲੇ ਦੇ ਕਾਤਲਾਂ ਨੂੰ ਜਾਣਕਾਰੀ ਦੇ ਰਿਹਾ ਸੀ। ਹਾਲਾਂਕਿ ਫੁਟੇਜ ਦੇ ਵਿੱਚ ਚਿਹਰਾ ਚੰਗੀ ਤਰ੍ਹਾਂ ਨਜ਼ਰ ਨਹੀਂ ਆ ਰਿਹਾ, ਪਰ ਇੱਕ ਵੱਡੀ ਕੜੀ, ਵੱਡੀ ਤੇ
ਅਹਿਮ ਕੜੀ ਸਾਬਿਤ ਹੋ ਸਕਦੀ ਹੈ। ਸੀਸੀਟੀਵੀ ਫੁਟੇਜ ਇਹ 29 ਮਈ ਦੀ ਹੈ। ਹਮਲੇ ਤੋਂ ਮਹਿਜ਼ 15 ਮਿੰਟ ਪਹਿਲਾਂ ਦੀ ਹੈ। ਸਿੱਧੂ ਦੀ ਨਵੀਂ ਹਵੇਲੀ ਦੇ ਬਾਹਰ ਦੀ ਫੁਟੇਜ ਹੈ। ਪੁਲਿਸ ਸੂਤਰਾਂ ਦੇ ਮੁਤਾਬਿਕ WhatsApp ਰਾਹੀਂ ਆਪਸ ਦੇ ਵਿੱਚ ਜਾਣਕਾਰੀ ਸਾਂਝੀ ਕਰਦੇ ਰਹੇ ਸਨ ਤੇ ਇਹ ਵੀ ਉਸ ਗੈਂਗ ਦੇ ਨਾਲ ਜੁੜੇ ਹੋਏ ਹੋ ਸਕਦੇ ਨੇ ਜਿਹੜੇ ਫੈਨ ਬਣ ਕੇ ਮੂਸੇਵਾਲੇ ਦੇ ਘਰੇ ਪਹੁੰਚੇ। ਇਹਨਾਂ ਦੋਵਾਂ ਨੇ ਚਾਹ ਪਾਣੀ ਵੀ ਪੀਤਾ। ਜਦੋਂ ਮੂਸੇਵਾਲਾ ਸੈਲਫੀ ਕਰਵਾਉਣ ਦੇ ਲਈ ਆਇਆ, ਜਦੋਂ ਬਾਹਰ ਨਿਕਲਿਆ ਸੈਲਫੀ ਕਰਵਾਈ ਤੇ ਪੂਰੀ ਜਾਣਕਾਰੀ ਕਹਿੰਦੇ ਇਹ ਲੈ ਕੇ ਗਏ ਨੇ। ਤੇ ਸਿੱਧੂ ਮੂਸੇਵਾਲੇ ਨੇ ਘਰ ਦੇ ਅੰਦਰ ਜਿੱਥੇ ਉਹ ਪ੍ਰਸ਼ੰਸਕਾਂ ਦੇ ਨਾਲ ਸੈਲਫੀ ਕਰਵਾਉਂਦਾ ਸੀ ਉੱਥੇ CCTV ਕੈਮਰੇ ਵੀ ਨਹੀਂ ਲਗਾਏ। ਪਿੰਡ ਵਾਲੇ ਕਹਿੰਦੇ ਫੱਕਰ ਬੰਦਾ ਸੀ, ਕਹਿੰਦਾ ਸੀ ਮੇਰਾ ਪਿੰਡ ਹੈ, ਮੇਰਾ ਘਰ ਹੈ, ਮੇਰੇ ਲੋਕ ਨੇ, ਮੈਨੂੰ ਇੱਥੇ ਕਿਹਦਾ ਡਰ ਹੈ। ਸਿੱਧੂ ਦਾ ਘਰੋਂ ਦੋਸਤਾਂ ਦੇ ਨਾਲ ਕੱਲੀ ਥਾਰ ਲੈ ਕੇ ਜਾਣਾ, ਸੁਰੱਖਿਆ ਗਾਰਡਾਂ ਨੂੰ ਨਾਲ ਨਾ ਲੈ ਕੇ ਜਾਣਾ, ਬੁਲੇਟ ਪ੍ਰੂਫ ਗੱਡੀ ਦੀ ਚਾਬੀ ਜੇ ਮਾਂ ਨੇ ਕਿਤੇ ਰੱਖੀ ਸੀ ਤਾਂ ਮਾਤਾ ਨੂੰ ਫੋਨ ਕਰਕੇ ਚਾਬੀ ਬਾਰੇ ਨਾ ਪੁੱਛਣਾ ਕਿਉਂਕਿ ਮਾਂ ਉਸ ਵਕਤ ਘਰੇ ਨਹੀਂ ਸੀ। ਸੁਰੱਖਿਆ ਗਾਰਡਾਂ ਵੱਲੋਂ ਸਿੱਧੂ ਨੂੰ ਇਕੱਲੇ ਘਰੋਂ ਜਾਣ ਦੇਣਾ। ਬਹੁਤ ਸਾਰੇ ਸਵਾਲ ਨੇ ਜਿਹੜੇ ਸਭ ਦੇ ਦਿਮਾਗ ਦੇ ਵਿੱਚ ਹੌਲੀ-ਹੌਲੀ ਉੱਠ ਰਹੇ ਨੇ। ਇਸ ਮਰਡਰ ਕੇਸ ਦੇ ਵਿੱਚ ਪੁਲਿਸ ਨੂੰ ਇੱਕ ਹੋਰ ਵੱਡੀ ਕਾਮਯਾਬੀ ਮਿਲੀ ਹੈ। ਪੁਲਿਸ ਨੇ ਕੇਕੜਾ ਨਾਮ ਦੇ ਇੱਕ ਬੰਦੇ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਨੇ ਗੋਲੀ ਚਲਾਉਣ ਵਾਲਿਆਂ ਨੂੰ ਗੱਡੀਆਂ ਮੁਹੱਈਆ ਕਰਵਾਈਆਂ ਸਨ। ਮਾਨਸਾ ਪੁਲਿਸ ਕੇਕੜਾ ਤੋਂ ਪੁੱਛਗਿੱਛ ਕਰ ਰਹੀ ਹੈ। ਪੁਲਿਸ ਇਸ ਨੂੰ ਵੱਡੀ ਗ੍ਰਿਫਤਾਰੀ ਮੰਨ ਰਹੀ ਹੈ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਸਿੱਧੂ ਮੂਸੇਵਾਲੇ ਦੇ ਘਰੇ ਸੈਲਫੀ ਕਰਵਾਉਣ ਜਿਹੜਾ ਗਿਆ ਸੀ ਉਹ ਵੀ ਕੇਕੜਾ ਹੀ ਸੀ। ਕੇਕੜਾ ਨਾਂ ਦੇ ਇਸ ਬੰਦੇ ਨੂੰ ਪੁਲਿਸ ਨੇ ਰਾਉਂਡ ਅਪ ਕੀਤਾ ਹੈ। ਸੂਤਰ ਦੱਸਦੇ ਨੇ ਕਿ ਕੇਕੜਾ ਨੇ ਸ਼ੂਟਰਾਂ ਨੂੰ ਹਾਈਵੇ ਛੱਡ ਕੇ ਅੰਦਰੋਂ ਜਾਣ ਦੇ ਬਚ ਕੇ ਨਿਕਲਣ ਦੇ ਰਾਹ ਵੀ ਛੱਡੇ ਤਾਂ ਕਿ ਉਹ ਪੰਜਾਬ ਦੇ ਵਿੱਚ ਕਿਸੇ ਵੀ ਹਾਈਵੇ ਤੇ ਮੇਨ ਰੋਡ ਤੇ ਨਾ ਜਾ ਸਕਣ। ਇਸੇ ਕੇਸ ਦੇ ਵਿੱਚ ਇੱਕ ਹੋਰ ਵੱਡੀ ਅਪਡੇਟ ਇਹ ਮਿਲੀ ਹੈ ਕਿ ਕਤਲ ਕੇਸ ਦੇ ਵਿੱਚ ਇੱਕ ਹੋਰ ਬੰਦੇ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਹਰਿਆਣਾ ਦੇ ਫਤਿਹਾਬਾਦ ਤੋਂ ਦਵਿੰਦਰ ਉਰਫ ਕਾਲਾ ਨਾਂ ਦੇ ਬੰਦੇ ਨੂੰ ਐਤਵਾਰ ਸ਼ਾਮ ਨੂੰ ਫੜਿਆ ਗਿਆ ਤੇ ਹੁਣ ਇਸ ਮਾਮਲੇ ਵਿੱਚ 3 ਸ਼ੱਕੀਆਂ ਨੂੰ ਪੁਲਿਸ ਗ੍ਰਿਫਤਾਰ ਕਰ ਚੁੱਕੀ ਹੈ। ਪੁਲਿਸ ਸੂਤਰਾਂ ਨੇ ਦੱਸਿਆ ਕਿ ਕਤਲ ਦੇ ਵਿੱਚ ਸ਼ਾਮਲ 2 ਸ਼ੱਕੀ ਕਥਿਤ ਤੌਰ ਤੇ ਕਾਲਾ ਦੇ ਨਾਲ ਸਨ। ਪੰਜਾਬ ਪੁਲਿਸ ਮੁਤਾਬਿਕ ਮੂਸੇਵਾਲੇ ਦੀ ਹੱਤਿਆ ਪਿੱਛੇ ਲਾਰੈਂਸ ਬਿਸ਼ਨੋਈ ਗੈਂਗ ਦਾ ਪੂਰਾ ਹੱਥ ਹੈ। ਗਰੋਹ ਦੇ ਮੈਂਬਰ ਅਤੇ ਕੈਨੇਡਾ ਦੇ ਵਿੱਚ ਰਹਿ ਰਹੇ ਗੋਲਡੀ ਬਰਾੜ ਨੇ ਇਸ ਕਤਲ ਦੀ ਜ਼ਿੰਮੇਵਾਰੀ ਪਹਿਲਾਂ ਹੀ ਲੈ ਲਈ ਸੀ, ਪਹਿਲੇ ਦਿਨ ਹੀ ਲੈ ਲਈ ਸੀ। ਇੱਕ ਹੋਰ ਵੱਡੀ ਜਾਣਕਾਰੀ ਹੈ ਕਿ ਪੁਲਿਸ ਨੇ 8 ਸ਼ਾਰਪ ਸ਼ੂਟਰਾਂ ਦੀ ਪਛਾਣ ਕਰ ਲਈ ਹੈ ਜਿਹੜੇ ਕਿ ਸਿੱਧੂ ਮੂਸੇਵਾਲੇ ਨੂੰ ਗੋਲੀਆਂ ਮਾਰ ਕੇ ਫਰਾਰ ਹੋ ਗਏ ਸੀ। ਪੰਜਾਬ, ਹਰਿਆਣਾ, ਰਾਜਸਥਾਨ ਤੇ ਮਹਾਰਾਸ਼ਟਰ ਦੇ ਰਹਿਣ ਵਾਲੇ ਸਨ। ਸਾਰੇ ਸ਼ਾਰਪ ਸ਼ੂਟਰ ਲਾਰੈਂਸ ਬਿਸ਼ਨੋਈ ਗੈਂਗ ਦੇ ਨਾਲ ਸੰਬੰਧਿਤ ਨੇ। ਪੁਲਿਸ ਨੂੰ ਸ਼ੱਕ ਹੈ ਕਿ ਇਹਨਾਂ ਸ਼ਾਰਪ ਸ਼ੂਟਰਾਂ ਨੇ ਹੀ ਸਿੱਧੂ ਮੂਸੇਵਾਲੇ ਦਾ ਕਤਲ ਕੀਤਾ। ਇਹਨਾਂ ਦੀ ਪਛਾਣ ਹੋਣ ਤੋਂ ਬਾਅਦ ਹੁਣ 4 ਸੂਬਿਆਂ ਦੀ ਪੁਲਿਸ ਇਹਨਾਂ ਦੇ ਪਿੱਛੇ ਲੱਗ ਗਈ ਹੈ। 3 ਪੰਜਾਬ ਦੇ, 2 ਹਰਿਆਣਾ ਦੇ, 1 ਰਾਜਸਥਾਨ ਦਾ ਤੇ 2 ਮਹਾਰਾਸ਼ਟਰ ਦੇ ਪੁਣੇ ਦੇ ਰਹਿਣ ਵਾਲੇ ਨੇ। ਇਹਨਾਂ ਦੇ ਨਾਮ ਸੁਭਾਸ਼ ਬੋਂਦਾ, ਸੰਤੋਸ਼ ਯਾਦਵ, ਸੌਰਭ ਮਹਾਕਾਲ, ਮਨਜੀਤ ਭੋਲੂ, ਪ੍ਰਿਆਵਰਤ ਫੌਜੀ, ਹਰਕਮਲ ਰਾਣੂ, ਜਗਰੂਪ ਸਿੰਘ ਰੂਪਾ ਤੇ ਮਨਪ੍ਰੀਤ ਮੰਨੂ ਸ਼ਾਮਲ ਨੇ। ਹਰਕਮਲ ਬਠਿੰਡਾ ਦਾ ਰਹਿਣ ਵਾਲਾ ਹੈ। ਰੂਪਾ ਤੇ ਮਨਪ੍ਰੀਤ ਤਰਨਤਾਰਨ ਦੇ ਰਹਿਣ ਵਾਲੇ ਨੇ। ਉਸੇ ਜਗਰੂਪ ਸਿੰਘ ਰੂਪਾ ਦੇ ਘਰ ਪੁਲਿਸ ਨੇ ਤਾਜ਼ੀ ਛਾਪੇਮਾਰੀ ਕੀਤੀ ਹੈ। ਪੁਲਿਸ ਦੇ ਮੁਤਾਬਿਕ ਇਹ ਸਾਰੇ ਮੂਸੇਵਾਲੇ ਦੇ ਕਤਲ ਤੋਂ 3 ਦਿਨ ਪਹਿਲਾਂ ਕੋਟਕਪੂਰਾ ਹਾਈਵੇ ਤੇ ਇਕੱਠੇ ਵੀ ਹੋਏ ਸਨ। ਉਸ ਤੋਂ ਬਾਅਦ ਇਹ ਕਿੱਥੇ ਰੁਕੇ ਇਸ ਦੀ ਪੁਲਿਸ ਲਗਾਤਾਰ ਜਾਂਚ ਕਰ ਰਹੀ ਹੈ। ਅਹਿਮ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਿਕ ਪੁਲਿਸ ਕਰੀਬ ਇਸ ਮਾਮਲੇ ਦੇ ਅਖੀਰ ਤੱਕ ਪਹੁੰਚ ਚੁੱਕੀ ਹੈ। ਪੁਲਿਸ ਵੀ ਲਗਾਤਾਰ ਦਾਅਵਾ ਕਰ ਰਹੀ ਹੈ ਕਿ ਅਸੀਂ ਛੇਤੀ ਹੀ ਪ੍ਰੈਸ ਕਾਨਫਰੰਸ ਕਰਕੇ ਖੁਲਾਸਾ ਕਰਾਂਗੇ ਤੇ ਸਾਡੀ ਜਿਹੜੀ ਜਾਣਕਾਰੀ ਦੇ ਮੁਤਾਬਿਕ ਪੁਲਿਸ ਸਿੱਧੂ ਮੂਸੇਵਾਲੇ ਦੇ 8 ਜੂਨ ਨੂੰ ਭੋਗ ਤੋਂ ਪਹਿਲਾਂ ਕੋਈ ਨਾ ਕੋਈ ਅਹਿਮ ਖੁਲਾਸਾ ਜ਼ਰੂਰ ਕਰ ਸਕਦੀ ਹੈ ਕਿਉਂਕਿ ਪੁਲਿਸ ਲਗਾਤਾਰ ਕੜੀਆਂ ਜੋੜ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਪੰਜਾਬ ਪੁਲਿਸ ਤੇ ਪੂਰਾ ਦਬਾਅ ਬਣਾਇਆ ਹੋਇਆ ਹੈ ਕਿ ਇਸ ਕਤਲकांड ਦਾ ਛੇਤੀ ਪਰਦਾਫਾਸ਼ ਕੀਤਾ ਜਾਵੇ ਤੇ ਪੁਲਿਸ ਵੀ ਪੂਰੀ ਤਰ੍ਹਾਂ ਦੇ ਨਾਲ ਜੁਟੀ ਹੋਈ ਹੈ ਕਿਉਂਕਿ ਜਿਸ ਦਿਨ ਅੰਤਿਮ ਅਰਦਾਸ ਹੋਣੀ ਹੈ, ਭੋਗ ਪੈਣਾ ਹੈ ਮਾਨਸਾ ਦੀ ਨਵੀਂ ਅਨਾਜ ਮੰਡੀ ਦੇ ਵਿੱਚ, ਉਸ ਦਿਨ ਬਹੁਤ ਇਕੱਠ ਹੋਣਾ ਹੈ, ਵੱਡੀ ਗਿਣਤੀ ਵਿੱਚ ਇਕੱਠ ਹੋਣਾ ਹੈ। ਲੋਕ ਪ੍ਰੋਟੈਸਟ ਵੀ ਕਰ ਸਕਦੇ ਨੇ ਕਿ ਹਾਲੇ ਤੱਕ ਕੋਈ ਨਹੀਂ ਫੜਿਆ ਗਿਆ, ਹਾਲੇ ਤੱਕ ਪੁਲਿਸ ਕੁਝ ਨਹੀਂ ਦੱਸ ਪਾਈ ਤਾਂ ਲੱਗਦਾ ਹੈ ਕਿ 7 ਜੂਨ ਦਾ ਦਿਨ ਹੈ ਜਿਹੜਾ ਬੜਾ ਅਹਿਮ ਰਹਿਣ ਵਾਲਾ ਹੈ। ਸੂਤਰੇ ਵੀ ਦੱਸਦੇ ਨੇ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੇ ਕੋਲ ਇਹ ਵੀ ਮੰਨਿਆ ਹੈ ਕਿ ਮੂਸੇਵਾਲੇ ਦੇ ਕਤਲ ਲਈ ਹਥਿਆਰ ਰਾਜਸਥਾਨ ਦੇ ਜੋਧਪੁਰ ਤੋਂ ਲਿਆਂਦੇ ਗਏ ਤੇ ਹਥਿਆਰ ਵਿਜੇ ਰਾਕਾ ਤੇ ਰਣਜੀਤ ਨਾਮ ਦੇ 3 ਬਦਮਾਸ਼ ਲੈ ਕੇ ਆਏ। ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਹਮਲਾਵਰਾਂ ਦੇ ਲਈ ਬੁਲੈਰੋ ਗੱਡੀ ਵੀ ਰਾਜਸਥਾਨ ਤੋਂ ਲਿਆਂਦੀ ਗਈ। ਨਸੀਬ ਖਾਨ ਬੁਲੈਰੋ ਲੈ ਕੇ ਆਇਆ ਸੀ। ਇਹ ਬੁਲੈਰੋ ਉਸਨੇ ਫਤਿਹਾਬਾਦ ਦੇ ਵਿੱਚ ਚਰਨਜੀਤ ਨੂੰ ਦਿੱਤੀ। ਚਰਨਜੀਤ ਫਿਰ ਇਸ ਨੂੰ ਪੰਜਾਬ ਲੈ ਕੇ ਆਇਆ ਜਿਹਦੇ ਵਿੱਚ ਮੂਸੇਵਾਲੇ ਦੀ ਰੇਕੀ ਕੀਤੀ ਗਈ। ਪੰਜਾਬ ਪੁਲਿਸ ਦੀ ਜਾਂਚ ਵਿੱਚ ਇਹ ਵੀ ਪਤਾ ਲੱਗਿਆ ਸੂਤਰਾਂ ਦੇ ਮੁਤਾਬਿਕ ਕਿ ਮੂਸੇਵਾਲੇ ਦਾ ਕਤਲ ਕਰਨ ਵਾਲੇ ਸ਼ਾਰਪ ਸ਼ੂਟਰ ਯੂਪੀ ਅਤੇ ਨੇਪਾਲ ਦੇ ਵਿੱਚ ਲੁਕੇ ਹੋ ਸਕਦੇ ਨੇ ਤੇ ਪੁਲਿਸ ਹੁਣ ਪਹਿਲਾਂ ਤਾਂ ਇਹਨਾਂ ਦੇ ਘਰਾਂ ਦੇ ਵਿੱਚ ਛਾਪੇਮਾਰੀ ਕਰੂਗੀ ਤੇ ਫਿਰ ਜਿੱਥੋਂ ਵੀ ਲੱਭ ਕੇ ਲਿਆਂਦੇ ਜਾ ਸਕੇ ਉੱਥੋਂ ਪੁਲਿਸ ਇਹਨਾਂ ਨੂੰ ਲੱਭ ਕੇ ਲਿਆਵੇਗੀ ਕਿਉਂਕਿ ਇਹਨਾਂ ਤਾਂ ਆਪਾਂ ਨੂੰ ਵੀ ਪਤਾ ਹੈ ਕਿ ਪੁਲਿਸ
ਕੁਝ ਵੀ ਕਰ ਸਕਦੀ ਹੈ। ਪੁਲਿਸ ਜੇ ਲੱਭਣ ਤੇ ਆ ਜਾਵੇ, ਜੇ ਇਨਸਾਫ ਕਰਨ ਤੇ ਆ ਜਾਵੇ ਤਾਂ ਪਤਾਲ ਦੇ ਵਿੱਚੋਂ ਵੀ ਬੰਦਾ ਲੱਭ ਕੇ ਲਿਆ ਸਕਦੀ ਹੈ। ਬਹੁਤ ਸਾਰੇ ਇਹੋ ਜਿਹੇ ਕੇਸ ਨੇ, ਉਂਗਲਾਂ ਤੇ ਗਿਣਵਾਏ ਜਾ ਸਕਦੇ ਨੇ। ਬਹੁਤ ਸਾਰੀਆਂ ਅਜਿਹੀਆਂ ਮਿਸਾਲਾਂ ਨੇ ਕਿ ਜਦੋਂ ਆਪਣੇ ਤੇ ਪੈਂਦੀ ਹੈ ਤਾਂ ਪੁਲਿਸ ਇੱਕ ਨਿੱਕੇ ਜਿਹੇ ਬਿੰਦੂ ਜਿੰਨੇ ਸੁਰਾਗ ਤੋਂ ਵੀ ਕਾਤਲਾਂ ਤੱਕ ਜਾਂ ਕਹਿ ਲਈਏ ਕਿ ਦੋਸ਼ੀਆਂ ਤੱਕ ਪਹੁੰਚ ਜਾਂਦੀ ਹੁੰਦੀ ਹੈ। ਸੋ ਇਸ ਕੇਸ ਦੇ ਵਿੱਚ ਵੀ ਜੇ ਪੁਲਿਸ ਇਮਾਨਦਾਰੀ ਦੇ ਨਾਲ ਕੰਮ ਕਰ ਰਹੀ ਹੈ ਤਾਂ ਕਾਤਲ ਜ਼ਰੂਰ ਫੜੇ ਜਾਣਗੇ। ਤੇ ਪੁਲਿਸ ਸੂਤਰਾਂ ਤੋਂ ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਸਿੱਧੂ ਮੂਸੇਵਾਲਾ ਕਤਲकांड ਦਾ ਮੁੱਖ ਸੂਤਰਧਾਰ ਸਚਿਨ ਬਿਸ਼ਨੋਈ ਹੀ ਹੈ। ਸਚਿਨ ਬਿਸ਼ਨੋਈ ਉਹ ਜਿਸਨੇ ਪਿਛਲੇ ਦਿਨੀ ਇੱਕ ਟੀਵੀ ਚੈਨਲ ਦੇ ਪੱਤਰਕਾਰ ਨੂੰ ਫੋਨ ਕਰਕੇ ਕਿਹਾ ਸੀ ਕਿ ਮੈਂ ਸਿੱਧੂ ਮੂਸੇਵਾਲੇ ਨੂੰ ਆਪਣੇ ਹੱਥਾਂ ਦੇ ਨਾਲ ਮਾਰਿਆ ਹੈ। ਤੇ ਸਚਿਨ ਬਿਸ਼ਨੋਈ ਜੇਲ੍ਹ ਦੇ ਵਿੱਚ ਬੈਠੇ ਲਾਰੈਂਸ ਬਿਸ਼ਨੋਈ ਦਾ ਭਾਣਜਾ ਹੈ। ਜੇ ਸਚਿਨ ਬਿਸ਼ਨੋਈ ਨੇ ਇਹ ਕਤਲकांड ਕਰਵਾਇਆ ਹੈ ਤਾਂ ਕੀ ਲਾਰੈਂਸ ਬਿਸ਼ਨੋਈ ਨੂੰ ਇਸ ਦੀ ਭਿਣਕ ਨਹੀਂ ਪਈ ਹੋਏਗੀ? ਕੀ ਉਸ ਨੂੰ ਕੁਝ ਨਹੀਂ ਪਤਾ ਹੋਏਗਾ? ਜੇਲ੍ਹਾਂ ਦੇ ਵਿੱਚ ਰੋਜ਼ਾਨਾ ਨਿੱਤ ਫੋਨ ਮਿਲ ਰਹੇ ਨੇ, ਵੱਡੀ ਗਿਣਤੀ ਦੇ ਵਿੱਚ ਫੋਨ ਮਿਲ ਰਹੇ ਨੇ ਅਤੇ ਇਹ ਗੱਲ ਵੀ ਕਿਸ ਤੋਂ ਲੁਕੀ ਛਿਪੀ ਨਹੀਂ ਹੈ। ਲੋਕ ਵੀ ਇਸ ਦੀ ਚਰਚਾ ਕਰਨ ਲੱਗੇ ਨੇ ਤੇ ਪੰਜਾਬ ਦੇ ਜੇਲ੍ਹ ਮੰਤਰੀ ਜਦੋਂ ਇਹ ਕਹਿੰਦੇ ਨੇ ਕਿ ਜੇਲ੍ਹਾਂ ਨੂੰ ਅਸੀਂ ਗੈਂਗਸਟਰਾਂ ਦਾ ਸੇਫ ਹਾਊਸ ਨਹੀਂ ਬਣ ਦਿਆਂਗੇ ਤਾਂ ਇਹ ਗੱਲ ਹੋਰ ਵੀ ਸਾਫ਼ ਹੋ ਜਾਂਦੀ ਹੈ ਕਿ ਕੀ ਜੇਲ੍ਹਾਂ ਸੱਚਮੁੱਚ ਇਹਨਾਂ ਗੈਂਗਸਟਰਾਂ ਦਾ ਸੇਫ ਹਾਊਸ ਨੇ? ਕੀ ਗੈਂਗਸਟਰਾਂ ਨੂੰ ਸਰਕਾਰ ਆਪਣੀ ਜਵਾਈ ਬਣਾ ਕੇ ਰੱਖਦੀ ਹੈ? ਸੋ ਬਹੁਤ ਸਾਰੇ ਸਵਾਲ ਨੇ ਇਸ ਸਿਸਟਮ ਦੇ ਵਿੱਚ, ਕਿਉਂਕਿ ਇਹ ਕਤਲकांड ਕੋਈ ਛੋਟਾ-ਮੋਟਾ ਕਤਲकांड ਨਹੀਂ ਹੈ। ਇਹ ਕਤਲ ਕਿਸੇ ਆਮ ਬੰਦੇ ਦੇ ਵੱਲੋਂ ਕੀਤਾ ਗਿਆ ਕਤਲ ਨਹੀਂ ਹੈ। ਇਹਦੇ ਵਿੱਚ ਜਿਹੜੇ ਹਥਿਆਰ ਵਰਤੇ ਗਏ, ਜਿਸ ਤਰੀਕੇ ਦੇ ਨਾਲ ਕਤਲकांड ਨੂੰ ਅੰਜਾਮ ਦਿੱਤਾ ਗਿਆ, ਉਹ ਕਿਸੇ ਵੱਡੀ ਸ਼ੈ ਤੋਂ ਬਿਨਾਂ ਨਹੀਂ ਹੋ ਸਕਦਾ। ਤੇ ਪੁਲਿਸ ਦੇ ਵੱਲੋਂ 8 ਸ਼ਾਰਪ ਸ਼ੂਟਰਾਂ ਦੀ ਪਛਾਣ ਕੀਤੇ ਜਾਣ ਤੋਂ ਬਾਅਦ ਪੰਜਾਬ ਪੁਲਿਸ ਤਰਨਤਾਰਨ ਪਹੁੰਚੀ। ਤਰਨਤਾਰਨ ਦੇ ਪੱਟੀ ਦੇ ਪਿੰਡ ਜੌੜਾ ਦੇ ਰਹਿਣ ਵਾਲੇ ਜਗਰੂਪ ਸਿੰਘ ਰੂਪਾ ਦੇ ਘਰ ਛਾਪੇਮਾਰੀ ਕੀਤੀ, ਕਿਉਂਕਿ 8 ਸ਼ਾਰਪ ਸ਼ੂਟਰਾਂ ਦੇ ਵਿੱਚ ਜਗਰੂਪ ਰੂਪਾ ਦਾ ਨਾਮ ਵੀ ਸ਼ਾਮਿਲ ਹੈ। ਪੱਟੀ ਹਲਕੇ ਦੇ ਇਸ ਨੌਜਵਾਨ ਦਾ ਨਾਮ ਸਾਹਮਣੇ ਆਉਣ ਤੋਂ ਬਾਅਦ ਸਥਾਨਕ ਮੀਡੀਆ ਨੇ ਵੀ ਘਰ ਤੱਕ ਪਹੁੰਚ ਕੀਤੀ, ਪਰ ਘਰ ਦੇ ਵਿੱਚ ਕੋਈ ਪਰਿਵਾਰਕ ਮੈਂਬਰ ਮੌਜੂਦ ਨਹੀਂ ਸੀ। ਘਰ ਦੇ ਬਾਹਰੋਂ ਗੇਟ ਨੂੰ ਜਿੰਦਰਾ ਵੱਜਿਆ ਹੋਇਆ। ਸਰਹਾਲੀ ਪੁਲਿਸ ਵੀ ਮੂਸੇਵਾਲੇ ਦੇ ਕਤਲ ਤੋਂ ਬਾਅਦ ਪਹਿਲੀ ਵਾਰੀ ਜਗਰੂਪ ਰੂਪਾ ਦੇ ਘਰ ਤੱਕ ਪਹੁੰਚੀ, ਪਰ ਉੱਥੇ ਕੋਈ ਵੀ ਵਿਅਕਤੀ ਇਹਨਾਂ ਨੂੰ ਨਹੀਂ ਮਿਲਿਆ। ਪੁਲਿਸ ਸੂਤਰਾਂ ਦੇ ਮੁਤਾਬਿਕ ਜਗਰੂਪ ਸਿੰਘ ਦੇ ਖਿਲਾਫ ਵੱਖ-ਵੱਖ ਥਾਣਿਆਂ ਦੇ ਵਿੱਚ ਚੋਰੀ, ਲੁੱਟ-ਖੋਹ, ਡਕੈਤੀ ਤੇ ਨਜਾਇਜ਼ ਅਸਲਾ ਰੱਖਣ ਦੇ ਅੱਧੀ ਦਰਜਨ ਤੋਂ ਵੱਧ ਅਪਰਾਧਿਕ ਕੇਸ ਦਰਜ ਹਨ। ਸਿੱਧੂ ਮੂਸੇਵਾਲਾ ਕਤਲकांड ਦੇ ਵਿੱਚ ਪੱਟੀ ਇਲਾਕਾ ਫਿਰ ਤੋਂ ਸੁਰਖੀਆਂ ਦੇ ਵਿੱਚ ਆ ਗਿਆ। ਇਸ ਤੋਂ ਪਹਿਲਾਂ ਮੋਹਾਲੀ ਅੰਦਰ ਖੁਫੀਆ ਵਿਭਾਗ ਦੇ ਮੁੱਖ ਦਫ਼ਤਰ ਤੇ ਹੋਏ ਰਾਕੇਟ ਹਮਲੇ ਦੇ ਸੰਬੰਧ ਵਿੱਚ ਵੀ ਪੱਟੀ ਸ਼ਹਿਰ ਤੇ ਇਸ ਦੇ ਨੇੜਲੇ ਇਲਾਕੇ ਨਾਲ ਸੰਬੰਧਿਤ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਮਸਲੇ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਗੱਲ ਕਰ ਲਈਏ ਤਾਂ ਆਮ ਆਦਮੀ ਪਾਰਟੀ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਹੈ ਕਿ ਛੇਤੀ ਹੀ ਇਸ ਕਤਲकांड ਦਾ ਪਰਦਾਫਾਸ਼ ਹੋਏਗਾ। ਉਹਨਾਂ ਨੇ ਦਾਅਵਾ ਕੀਤਾ ਕਿ ਪੰਜਾਬ ਪੁਲਿਸ ਪੂਰੀ ਤੇਜ਼ੀ ਦੇ ਨਾਲ ਇਸ ਜਾਂਚ ਦੇ ਵਿੱਚ ਜੁਟੀ ਹੋਈ ਹੈ ਤੇ ਛੇਤੀ ਹੀ ਲੋਕਾਂ ਦੇ ਸਾਹਮਣੇ ਸਭ ਕੁਝ ਰੱਖ ਦੇਵਾਂਗੇ। ਇਸ ਮਾਮਲੇ ਦੇ ਵਿੱਚ ਇਨਸਾਫ ਜ਼ਰੂਰ ਮਿਲੇਗਾ। ਸੱਚਾਈ ਜਿਹੜੀ ਆ ਔਰ ਜਿਹੜੇ ਅਸਲੀ ਮੁਜਰਮ ਹੈ ਬਹੁਤ ਜਲਦੀ ਸਾਹਮਣੇ ਆਉਣਗੇ। ਬਹੁਤ ਹੀ ਈਵਨ ਮਾਨਯੋਗ ਮੁੱਖ ਮੰਤਰੀ ਜੀ ਖੁਦ ਸਾਰੀ ਸਿਚੁਏਸ਼ਨ ਨੂੰ ਮੋਨੀਟਰ ਕਰ ਰਹੇ। ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦਾ ਭੋਗ ਯਾਨੀ ਕਿ ਅੰਤਿਮ ਅਰਦਾਸ 8 ਜੂਨ ਨੂੰ ਹੋਵੇਗੀ। 8 ਜੂਨ ਨੂੰ ਮਾਨਸਾ ਦੀ ਬਾਰੀ ਅਨਾਜ ਮੰਡੀ, ਨਵੀਂ ਅਨਾਜ ਮੰਡੀ ਦੇ ਵਿੱਚ ਅੰਤਿਮ ਅਰਦਾਸ ਹੋਵੇਗੀ। ਇਸ ਨੂੰ ਲੈ ਕੇ ਨੌਜਵਾਨਾਂ ਦੇ ਇੱਕ ਗਰੁੱਪ ਨੇ ਖਾਸ ਅਪੀਲ ਨੌਜਵਾਨਾਂ ਨੂੰ ਹੀ ਕੀਤੀ ਹੈ। ਕਿਹਾ ਹੈ ਕਿ ਸਿੱਧੂ ਮੂਸੇਵਾਲੇ ਦੇ ਭੋਗ ਤੇ ਸਾਰੇ ਨੌਜਵਾਨ ਦਸਤਾਰਾਂ ਬੰਨ ਕੇ ਸ਼ਾਮਿਲ ਹੋਣ। ਇਹ ਅਪੀਲ ਸਰਦਾਰੀਆਂ ਟਰਸਟ ਦੇ ਵੱਲੋਂ ਕੀਤੀ ਗਈ ਹੈ। ਅਪੀਲ ਕਰਦਿਆਂ ਉਹਨਾਂ ਕਿਹਾ ਕਿ ਸਿੱਧੂ ਮੂਸੇਵਾਲੇ ਦੇ ਭੋਗ ਤੇ ਇੱਕ ਦਿਨ ਦਾ ਕੈਂਪ ਲਾਇਆ ਜਾ ਰਿਹਾ ਹੈ, ਜਿੱਥੇ ਨੌਜਵਾਨਾਂ ਨੂੰ ਮੁਫਤ ਦੇ ਵਿੱਚ ਦਸਤਾਰਾਂ ਦਿੱਤੀਆਂ ਜਾਣਗੀਆਂ। ਸਿੱਧੂ ਮੂਸੇਵਾਲੇ ਨੇ ਕਹਿੰਦੇ ਹਰ ਪੰਜਾਬੀ ਨੂੰ ਕੇਸਾਂ ਸਮੇਤ ਦਸਤਾਰ ਬੰਨਣ ਦਾ ਸੁਨੇਹਾ ਦਿੱਤਾ ਸੀ। ਵਿਰਾਸਤ ਨੂੰ ਰੂਹ ਦੇ ਨਾਲ ਜਿਉਣ ਦਾ ਸੁਨੇਹਾ ਦਿੰਦਾ ਸੀ ਸਿੱਧੂ ਮੂਸੇਵਾਲਾ। ਇਸ ਕਰਕੇ ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਮਰਹੂਮ ਨੌਜਵਾਨ ਵਿਛੜੇ ਗਾਇਕ ਦੀ ਆਤਮਾ ਨੂੰ ਸ਼ਾਂਤੀ ਦੇਣ ਦੇ ਲਈ ਇਹ ਜਿਹੜਾ ਕਦਮ ਹੈ ਉਹ ਜ਼ਰੂਰ ਚੁੱਕੀਏ। ਜੇ ਤੁਹਾਡੇ ਮਨ ਤੇ ਜੇ ਤੁਸੀਂ ਸਰਦੀਪ ਸਿੰਘ ਸਿੱਧੂ ਨੂੰ ਪਿਆਰ ਕਰਦੇ ਹੋ, ਉਸਨੂੰ ਪਸੰਦ ਕਰਦੇ ਹੋ ਤਾਂ ਉਹਨਾਂ ਦੇ ਭੋਗ ਵਾਲੇ ਦਿਨ ਸਾਰੇ ਵੀ ਦਸਤਾਰਾਂ ਸਜਾ ਕੇ ਆਓ। ਇਹ ਉਹਨਾਂ ਨੂੰ ਤੁਹਾਡੀ ਸੱਚੀ ਸ਼ਰਧਾਂਜਲੀ ਹੋਵੇਗੀ। ਜਿਹੜੇ ਵੀ ਦਸਤਾਰ ਨਹੀਂ ਸਜਾ ਸਕਦੇ ਉਹਨਾਂ ਵਾਸਤੇ ਪਰਿਵਾਰ ਦੇ ਸਹਿਯੋਗ ਨਾਲ ਸਰਦਾਰੀਆ ਟਰਸਟ ਵੱਲੋਂ ਕੈਂਪ ਲਾਇਆ ਜਾਏਗਾ, ਦਸਤਾਰਾਂ ਦਾ ਲੰਗਰ ਲਾਇਆ ਜਾਏਗਾ। ਉਹਨਾਂ ਵੀਰਾਂ ਨੂੰ ਉੱਥੇ ਦਸਤਾਰ ਦੀ ਜਿਹੜੀ ਭੋਗ ਤੋਂ ਇੱਕ ਦਿਨ ਪਹਿਲਾਂ 7 ਜੂਨ ਨੂੰ ਕਾਂਗਰਸ ਦੇ ਕੌਮੀ ਲੀਡਰ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਮਾਨਸਾ ਦੇ ਪਿੰਡ ਮੂਸਾ ਦੇ ਵਿੱਚ ਜਾ ਸਕਦੇ ਨੇ। ਮੂਸੇ ਵਾਲੇ ਦੇ ਪਰਿਵਾਰ ਦੇ ਨਾਲ ਦੁੱਖ ਪ੍ਰਗਟ ਕਰਨ ਦੇ ਲਈ ਸੂਤਰਾਂ ਦੇ ਮੁਤਾਬਿਕ ਦੋਵੇਂ ਲੀਡਰ 7 ਤਰੀਕ ਨੂੰ ਦੁਪਹਿਰੇ 12 ਵਜੇ ਦੇ ਕਰੀਬ ਮੂਸਾ ਪਿੰਡ ਜਾਣਗੇ। ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਨੇ ਝਟਕਾ ਦਿੱਤਾ ਹੈ। ਜੱਗੂ ਭਗਵਾਨਪੁਰੀਆ ਦੀ ਸੁਰੱਖਿਆ ਲੈਣ ਵਾਲੀ ਪਟੀਸ਼ਨ ਅਦਾਲਤ ਨੇ ਖਾਰਜ ਕਰ ਦਿੱਤੀ ਹੈ। ਹਾਲਾਂਕਿ ਅਦਾਲਤ ਦੇ ਵਿੱਚ ਜੱਗੂ ਦੇ ਵੱਲੋਂ ਮਾਂ ਪਟੀਸ਼ਨ
ਲੈ ਕੇ ਪਹੁੰਚੀ ਸੀ। ਹਾਈ ਕੋਰਟ ਨੇ ਤਿਹਾੜ ਜੇਲ੍ਹ ਵਿੱਚ ਬੰਦ ਜੱਗੂ ਭਗਵਾਨਪੁਰੀਆ ਦੀ ਪਟੀਸ਼ਨ ਤੇ ਕਿਹਾ ਕਿ ਜੱਗੂ ਤਿਹਾੜ ਜੇਲ੍ਹ ਵਿੱਚ ਬੰਦ ਹੈ, ਉਸ ਨੂੰ ਉਸੇ ਖੇਤਰ ਦੇ ਵਿੱਚ ਹੀ ਪਟੀਸ਼ਨ ਦਾਖਲ ਕਰਨੀ ਚਾਹੀਦੀ ਹੈ। ਤਿਹਾੜ ਜੇਲ੍ਹ ਪੰਜਾਬ ਹਰਿਆਣਾ ਹਾਈ ਕੋਰਟ ਦੇ ਅਧੀਨ ਨਹੀਂ ਆਉਂਦੀ। ਦਰਅਸਲ ਜੱਗੂ ਭਗਵਾਨਪੁਰੀਆ ਦੀ ਮਾਤਾ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਖਲ ਕਰਕੇ ਮੰਗ ਕੀਤੀ ਸੀ ਕਿ ਜਦੋਂ ਉਸਦੇ ਪੁੱਤ ਨੂੰ ਜਿਹੜਾ ਬਾਹਰ ਲਿਆਂਦਾ ਜਾਊਗਾ ਪੰਜਾਬ ਪੁਲਿਸ ਦੀ ਡਿਮਾਂਡ ਦੇ ਉੱਤੇ, ਜੇ ਉਸ ਨੂੰ ਬਾਹਰ ਲਿਆਂਦਾ ਜਾਊਗਾ ਪ੍ਰੋਡਕਸ਼ਨ ਵਾਰੰਟ ਤੇ, ਤਾਂ ਉਸ ਨੂੰ ਬੁਲਟ ਪ੍ਰੂਫ ਜੈਕਟ ਤੇ ਬੁਲਟ ਪ੍ਰੂਫ ਗੱਡੀ ਦਿੱਤੀ ਜਾਵੇ। ਜੱਗੂ ਦੀ ਮਾਤਾ ਨੂੰ ਡਰ ਹੈ ਕਿ ਪੁਲਿਸ ਤੇ ਐਂਟੀ ਗਰੁੱਪ ਇਸ ਦਾ ਐਨਕਾਊਂਟਰ ਕਰ ਸਕਦੇ ਨੇ, ਇਸ ਲਈ ਜੱਗੂ ਲਈ ਬੁਲਟ ਪ੍ਰੂਫ ਤੇ ਗੱਡੀ ਮੰਗੀ ਸੀ। ਪਰ ਪੰਜਾਬ ਹਰਿਆਣਾ ਹਾਈ ਕੋਰਟ ਨੇ ਕਿਹਾ ਕਿ ਜਿਹੜੇ ਇਲਾਕੇ ਦੇ ਵਿੱਚ ਉਹ ਜੇਲ੍ਹ 'ਚ ਬੰਦ ਹੈ ਉੱਥੇ ਜਾ ਕੇ ਪਟੀਸ਼ਨ ਪਾਓ। ਪੰਜਾਬ ਦੇ ਇਹਨਾਂ ਹਾਲਾਤਾਂ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮੁੜ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰਿਆ ਹੈ। ਰਾਜਾ ਵੜਿੰਗ ਨੇ ਟਵੀਟ ਕਰਕੇ ਪੰਜਾਬ ਦੇ ਮੁੱਖ ਮੰਤਰੀ ਨੂੰ ਤਿੱਖੇ ਸਵਾਲ ਕੀਤੇ ਨੇ। ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ 7 ਦਿਨਾਂ ਦੇ ਵਿੱਚ 7 ਕਤਲ ਹੋ ਗਏ ਨੇ। ਮੁੱਖ ਮੰਤਰੀ ਜੀ, ਆਪਣੇ ਆਪ ਨੂੰ ਪੁੱਛੋ ਕਿ ਤੁਹਾਡੀ ਕਮਾਂਡ ਦੇ ਵਿੱਚ ਆਖਿਰਕਾਰ ਕੀ ਹੋ ਰਿਹਾ ਹੈ, ਕੀ ਤੁਸੀਂ ਸੱਚਮੁੱਚ ਪੰਜਾਬ ਦੀ ਅਗਵਾਈ ਕਰ ਰਹੇ ਹੋ। ਉਹਨਾਂ ਨੇ ਦੱਸਿਆ ਕਿ 29 ਮਈ ਨੂੰ ਮੂਸੇਵਾਲੇ ਦਾ ਕਤਲ ਹੁੰਦਾ ਹੈ, 30 ਮਈ ਨੂੰ ਪਟਿਆਲਾ ਵਿੱਚ 2 ਕਤਲ ਹੁੰਦੇ ਨੇ, 1, 2, 3 ਤੇ 4 ਜੂਨ ਨੂੰ ਅੰਮ੍ਰਿਤਸਰ, ਮੋਰਿੰਡਾ, ਮੋਗਾ ਤੇ ਮਜੀਠਾ ਦੇ ਵਿੱਚ 4 ਲੋਕਾਂ ਦੇ ਕਤਲ ਹੋਏ ਨੇ, ਯਾਨੀ ਕਿ 7 ਦਿਨ ਦੇ ਵਿੱਚ 7 ਕਤਲ ਹੋ ਚੁੱਕੇ ਨੇ। ਉਧਰ ਕਾਂਗਰਸ ਵਿਧਾਇਕ ਅਤੇ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਵੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿੱਠੀ ਲਿਖੀ ਹੈ। ਚਿੱਠੀ ਦੇ ਵਿੱਚ ਉਹਨਾਂ ਨੇ ਮੰਗ ਕੀਤੀ ਹੈ ਕਿ ਮਰਹੂਮ ਪੰਜਾਬੀ ਗਾਇਕ ਤੇ ਕਾਂਗਰਸ ਲੀਡਰ ਸਿੱਧੂ ਮੂਸੇਵਾਲੇ ਦੇ ਕਤਲकांड ਦੀ ਜਾਂਚ CBI ਜਾਂ ਫਿਰ NIA ਤੋਂ ਕਰਵਾਈ ਜਾਵੇ। ਉਹਨਾਂ ਨੇ ਕਿਹਾ ਕਿ ਮੂਸੇਵਾਲੇ ਦੇ ਪਰਿਵਾਰ ਨੇ ਹਾਈ ਕੋਰਟ ਦੇ ਮੌਜੂਦਾ ਜੱਜ ਤੋਂ ਜਾਂਚ ਦੀ ਮੰਗ ਕੀਤੀ ਸੀ, ਪਰ ਹਾਈ ਕੋਰਟ ਨੇ ਇਸ ਤੋਂ ਹੱਥ ਖੜੇ ਕਰ ਦਿੱਤੇ ਨੇ ਤੇ ਹੁਣ ਪਰਿਵਾਰ ਨੂੰ ਇਨਸਾਫ ਦਿਵਾਉਣ ਦੇ ਲਈ ਜਾਂਚ ਕੌਮੀ ਏਜੰਸੀਆਂ ਨੂੰ ਸੌਂਪੀ ਜਾਵੇ, ਕਿਉਂਕਿ ਕੇਂਦਰ ਸਰਕਾਰ ਵੀ ਮੂਸੇਵਾਲਾ ਕਤਲकांड ਦੀ CBI ਜਾਂ ANI ਤੋਂ ਜਾਂਚ ਕਰਵਾਉਣ ਲਈ ਤਿਆਰ ਹੈ। ਪਰ ਇਹ ਜਾਂਚ ਤਾਂ ਹੀ ਹੋ ਸਕਦੀ ਹੈ ਜੇ ਸੂਬਾ ਸਰਕਾਰ ਇਸ ਦੀ ਇਜਾਜ਼ਤ ਦੇਵੇਗੀ। ਸਿੱਧੂ ਮੂਸੇਵਾਲਾ ਕਤਲकांड ਤੋਂ ਬਾਅਦ ਹੁਣ ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਅਤੇ ਉਹਨਾਂ ਦੇ ਪਿਤਾ ਸਲੀਮ ਖਾਨ ਨੂੰ ਵੀ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ, ਜਿਸ ਤੋਂ ਬਾਅਦ ਮੁੰਬਈ ਪੁਲਿਸ ਨੇ ਬਾਂਦਰਾ ਪੁਲਿਸ ਸਟੇਸ਼ਨ ਵਿੱਚ ਇੱਕ ਅਣਪਛਾਤੇ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਹੈ ਤੇ ਸਲਮਾਨ ਖਾਨ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਮੁੰਬਈ ਪੁਲਿਸ ਨੇ ਦੱਸਿਆ ਕਿ ਸਲਮਾਨ ਖਾਨ ਅਤੇ ਉਹਨਾਂ ਦੇ ਪਿਤਾ ਸਲੀਮ ਖਾਨ ਨੂੰ ਧਮਕੀ ਭਰੀ ਚਿੱਠੀ ਮਿਲੀ ਹੈ ਅਤੇ ਚਿੱਠੀ ਦੇ ਵਿੱਚ ਲਿਖਿਆ ਹੈ ਕਿ ਮੂਸੇਵਾਲੇ ਵਰਗਾ ਤੁਹਾਡਾ ਵੀ ਹਾਲ ਕਰਾਂਗੇ। ਸਲਮਾਨ ਦੇ ਪਿਤਾ ਸਲੀਮ ਨੇ ਪੁਲਿਸ ਨੂੰ ਦੱਸਿਆ ਕਿ ਰੋਜ਼ਾਨਾ ਸੈਰ ਕਰਨ ਤੋਂ ਬਾਅਦ ਉਸੇ ਬੈਂਚ ਤੇ ਬੈਠਦੇ ਨੇ। ਐਤਵਾਰ ਨੂੰ ਉਹਨਾਂ ਦੇ ਨਾਲ 2 ਬਾਡੀਗਾਰਡ ਸਨ, ਉਹਨਾਂ ਵਿੱਚੋਂ ਇੱਕ ਨੇ ਬੈਂਚ ਤੇ ਚਿੱਠੀ ਦੇਖੀ। ਇਹਦੇ ਵਿੱਚ ਲਿਖਿਆ ਸੀ, ਸਲੀਮ ਖਾਨ ਤੇ ਸਲਮਾਨ ਖਾਨ ਬਹੁਤ ਛੇਤੀ ਤੁਹਾਡਾ ਹਾਲ ਮੂਸੇਵਾਲੇ ਵਰਗਾ ਹੋਵੇਗਾ। ਧਮਕੀ ਪੱਤਰ ਹੈ ਜਿਹੜਾ ਪੁਲਿਸ ਨੂੰ ਸੌਂਪ ਦਿੱਤਾ ਗਿਆ ਹੈ। ਦਰਅਸਲ ਸਿੱਧੂ ਮੂਸੇਵਾਲੇ ਕਤਲकांड ਦੀ ਜ਼ਿੰਮੇਵਾਰੀ ਗੈਂਗਸਟਰ ਲਾਰੈਂਸ ਬਿਸ਼ਨੋਈ ਗਰੁੱਪ ਦੇ ਵੱਲੋਂ ਲਈ ਗਈ ਹੈ ਤੇ ਲਾਰੈਂਸ ਬਿਸ਼ਨੋਈ ਉਹੀ ਗੈਂਗਸਟਰ ਹੈ ਜਿਸ ਨੇ ਕਈ ਸਾਲ ਪਹਿਲਾਂ ਸਲਮਾਨ ਖਾਨ ਨੂੰ ਧਮਕੀ ਦਿੱਤੀ ਸੀ, ਜਾਨੋਂ ਮਾਰਨ ਦੀ ਧਮਕੀ ਸ਼ਰੇਆਮ ਦਿੱਤੀ ਸੀ। ਦਰਅਸਲ ਬਿਸ਼ਨੋਈ ਭਾਈਚਾਰਾ ਕਾਲੇ ਹਿਰਨ ਨੂੰ ਬਹੁਤ ਪਵਿੱਤਰ ਮੰਨਦਾ ਹੈ ਤੇ ਸਲਮਾਨ ਖਾਨ ਨੇ ਆਪਣੀ ਇੱਕ ਫਿਲਮ ਦੀ ਸ਼ੂਟਿੰਗ ਦਰਮਿਆਨ ਕਾਲੇ ਹਿਰਨ ਦਾ ਸ਼ਿਕਾਰ ਕੀਤਾ ਸੀ, ਜਿਸ ਤੋਂ ਬਾਅਦ ਉਹਨਾਂ ਦੇ ਖਿਲਾਫ ਲਗਾਤਾਰ ਕਾਨੂੰਨੀ ਕੇਸ ਹੈ ਜਿਹੜਾ ਉਹ ਚੱਲ ਰਿਹਾ ਹੈ। ਇਸੇ ਕਰਕੇ ਲਾਰੈਂਸ ਬਿਸ਼ਨੋਈ ਨੇ ਸਲਮਾਨ ਖਾਨ ਨੂੰ ਮਾਰਨ ਦੀ ਧਮਕੀ ਦਿੱਤੀ ਸੀ। ਸੰਗਰੂਰ ਜ਼ਿਮਨੀ ਚੋਣ ਨੂੰ ਲੈ ਕੇ ਮੈਦਾਨ ਪੂਰੀ ਤਰ੍ਹਾਂ ਦੇ ਨਾਲ ਭਖ ਚੁੱਕਿਆ ਹੈ। ਸਾਰੀਆਂ ਪਾਰਟੀਆਂ ਦੇ ਉਮੀਦਵਾਰਾਂ ਨੇ ਨਾਮਜ਼ਦਗੀ ਪਰਚੇ ਦਾਖਲ ਕਰ ਦਿੱਤੇ ਨੇ। ਆਖਰੀ ਦਿਨ 3 ਵੱਡੀਆਂ ਸਿਆਸੀ ਪਾਰਟੀਆਂ ਦੇ ਉਮੀਦਵਾਰ ਪਰਚੇ ਦਾਖਲ ਕਰਨ ਦੇ ਲਈ ਪਹੁੰਚੇ। ਅਕਾਲੀ ਦਲ ਤੇ ਬਸਪਾ ਗੱਠਜੋੜ ਦੀ ਉਮੀਦਵਾਰ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਕਮਲਦੀਪ ਕੌਰ, BJP ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ ਤੇ ਕਾਂਗਰਸ ਦੇ ਉਮੀਦਵਾਰ ਦਲਬੀਰ ਸਿੰਘ ਗੋਲਡੀ ਨੇ ਨਾਮਜ਼ਦਗੀ ਪਰਚੇ ਦਾਖਲ ਕਰ ਦਿੱਤੇ ਨੇ। ਇਸ ਮੌਕੇ ਕਮਲਦੀਪ ਕੌਰ ਦੇ ਨਾਲ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਸਿਮਰਨਜੀਤ ਸਿੰਘ ਮਾਨ ਬਾਰੇ ਬੋਲਦਿਆਂ ਕਿਹਾ ਕਿ ਅਸੀਂ ਮਾਨ ਨੂੰ ਅਪੀਲ ਕੀਤੀ ਸੀ ਕਿ ਆਪਸ ਦੇ ਵਿੱਚ ਅਸੀਂ 2-2.5 ਸਾਲਾਂ ਬਾਅਦ ਲੜ ਲਵਾਂਗੇ, ਪਰ ਇਸ ਸਮੇਂ ਬੰਦੀ ਸਿੰਘਾਂ ਦੇ ਪਰਿਵਾਰਾਂ ਵਿੱਚੋਂ ਸਾਨੂੰ ਕਿਸੇ ਨੂੰ ਖੜਾ ਕਰਨਾ ਚਾਹੀਦਾ ਹੈ। ਪਰ ਕਹਿੰਦੇ ਉਹ ਆਪਣੀ ਜ਼ਿੱਦ ਉੱਤੇ ਅੜੇ ਰਹੇ ਕਿ ਮੈਂ ਤਾਂ ਚੋਣ ਲੜਨੀ ਹੀ ਲੜਨੀ ਹੈ। ਜਦਕਿ ਸਿਮਰਨਜੀਤ ਸਿੰਘ ਮਾਨ ਕਹਿੰਦੇ ਨੇ ਕਿ ਉਹ ਤਾਂ ਸਭ ਤੋਂ ਪਹਿਲਾਂ ਆਪਣੇ ਨਾਮ ਦੀ ਅਨਾਉਂਸਮੈਂਟ ਕਰ ਚੁੱਕੇ ਸੀ। ਉਹਨਾਂ ਨੇ ਕਿਹਾ ਕਿ ਸੁਖਬੀਰ ਬਾਦਲ ਤਾਂ ਮੇਰੇ ਨਾਲ ਸਿਰਫ ਮਜ਼ਾਕ ਕਰਨ ਦੇ ਲਈ ਆਏ ਸੀ, ਉਹਨਾਂ ਨੂੰ ਬੰਦੀ ਸਿੰਘਾਂ ਦੀ ਰਿਹਾਈ ਦੇ ਨਾਲ ਕੋਈ ਮਤਲਬ ਨਹੀਂ ਹੈ। ਤੇ ਬੀਬੀ ਕਮਲਦੀਪ ਕੌਰ ਨੇ ਵੀ ਸਿਮਰਨਜੀਤ ਸਿੰਘ ਮਾਨ ਨੂੰ ਨਾਮਜ਼ਦਗੀ ਪਰਚਾ ਵਾਪਸ ਲੈਣ ਦੀ ਅਪੀਲ ਕੀਤੀ ਹੈ। ਪੁਲਾਥ ਤੋਂ ਕਾਂਗਰਸ MLA ਸੁਖਪਾਲ ਸਿੰਘ ਖਹਿਰਾ ਨੇ ਕਿਹਾ ਹੈ ਕਿ ਚੰਡੀਗੜ੍ਹ ਦੇ ਰਾਹੀਂ BJP ਪੰਜਾਬ ਦੇ ਹੱਕਾਂ ਤੇ ਇੱਕ ਵਾਰੀ ਫਿਰ ਡਾਕਾ ਮਾਰਨ ਦੀ ਤਿਆਰੀ ਵਿੱਚ ਹੈ। BJP ਨੇ ਪੰਜਾਬ ਵੱਲੋਂ ਚੰਡੀਗੜ੍ਹ 'ਚ ਦਾਖਲ ਹੋਣ ਵਾਲੇ ਵਾਹਨਾਂ ਤੇ ਕੰਜੈਸ਼ਨ ਟੈਕਸ ਲਾਏ ਜਾਣ ਦੀ ਯੋਜਨਾ ਬਣਾ ਲਈ ਹੈ। ਖਹਿਰਾ ਨੇ ਕਿਹਾ ਕਿ ਕਿਸੇ ਵੀ ਤਰ੍ਹਾਂ ਵਾਜਿਬ ਨਹੀਂ ਹੈ, ਕਿਉਂਕਿ ਪੰਜਾਬ ਦੇ ਲੋਕਾਂ ਨੂੰ ਚੰਡੀਗੜ੍ਹ ਸਿਵਲ ਸਕੱਤਰੇਤ
ਅਤੇ ਹਾਈ ਕੋਰਟ ਸਮੇਤ ਹੋਰ ਦਫ਼ਤਰਾਂ ਦੇ ਵਿੱਚ ਕੰਮਕਾਜ ਲਈ ਰੋਜ਼ਾਨਾ ਆਉਣਾ ਹੀ ਪੈਂਦਾ ਹੈ। ਉਹਨਾਂ ਨੇ ਟੈਕਸ ਲਾਉਣ ਦਾ ਫੈਸਲਾ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਹੈ। ਦਰਅਸਲ ਪਿਛਲੇ ਦਿਨੀ ਚੰਡੀਗੜ੍ਹ ਪ੍ਰਸ਼ਾਸਨ ਨੇ ਐਡਵਾਈਜ਼ਰੀ ਜਾਰੀ ਕਰਕੇ ਇੱਕ ਮੀਟਿੰਗ ਕਰਕੇ ਚੰਡੀਗੜ੍ਹ ਦੇ ਵਿੱਚ ਪੰਜਾਬ ਦੇ ਦਾਖਲ ਹੋਣ ਵਾਲੇ ਵਾਹਨਾਂ ਤੇ ਕੰਜੈਸ਼ਨ ਟੈਕਸ ਲਾਉਣ ਦਾ ਫੈਸਲਾ ਲਿਆ ਸੀ। ਮੀਟਿੰਗ ਦੀ ਪ੍ਰਧਾਨਗੀ ਚੰਡੀਗੜ੍ਹ ਤੋਂ ਲੋਕ ਸਭਾ ਦੀ ਮੈਂਬਰ ਕਿਰਨ ਖੇਰ ਨੇ ਕੀਤੀ ਸੀ। ਬੀਜੇਪੀ ਦੀ ਲੀਡਰ ਹੈ। ਆਮ ਆਦਮੀ ਪਾਰਟੀ ਨੇ ਮੁਲਕ ਦੇ ਵਿੱਚ ਨਫ਼ਰਤ ਫੈਲਾਉਣ ਦਾ ਇਲਜ਼ਾਮ ਲਾ ਕੇ ਬੀਜੇਪੀ ਨੂੰ ਲੋਕਾਂ ਤੋਂ ਮਾਫੀ ਮੰਗਣ ਦੀ ਮੰਗ ਕੀਤੀ ਗਈ ਹੈ। ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਹੈ ਕਿ ਬੀਜੇਪੀ ਦੀਆਂ ਫਿਰਕੂ ਨੀਤੀਆਂ ਕਰਕੇ ਦੇਸ਼ ਦਾ ਨਾਮ ਵਿਦੇਸ਼ਾਂ ਦੇ ਵਿੱਚ ਵੀ ਨੀਵਾਂ ਹੋਇਆ। ਉਹਨਾਂ ਕਿਹਾ ਕਿ ਬੀਜੇਪੀ ਨੂੰ ਇਸ ਨੂੰ ਰੋਕਣ ਲਈ ਠੋਸ ਕਦਮ ਚੁੱਕਣੇ ਪੈਣਗੇ। ਕੰਗ ਨੇ ਕਿਹਾ ਕਿ ਬਾਬਾ ਸਾਹਿਬ ਅੰਬੇਡਕਰ ਸੰਵਿਧਾਨ ਦੇ ਰਚੇਤਾ, ਉਹਨਾਂ ਨੇ ਬਰਾਬਰਤਾ, ਏਕਤਾ ਤੇ ਭਾਈਚਾਰੇ ਦਾ ਸੁਨੇਹਾ ਦਿੱਤਾ ਸੀ, ਪਰ ਬੀਜੇਪੀ ਨਫ਼ਰਤ ਦੀ ਖੇਡ ਖੇਡਣ ਲੱਗੀ ਹੈ। ਉਹਨਾਂ ਇਹ ਵੀ ਦੋਸ਼ ਲਾਇਆ ਕਿ ਵਿਦੇਸ਼ਾਂ ਦੇ ਵਿੱਚ ਭਾਰਤ ਦਾ ਸਿਰ ਨੀਵਾਂ ਹੋਇਆ, ਇਸ ਕਰਕੇ ਉੱਥੇ ਵਸਦੇ ਲੋਕਾਂ ਦਾ, ਭਾਰਤੀ ਲੋਕਾਂ ਦਾ ਰੁਜ਼ਗਾਰ ਵੀ ਖੁੱਸਣ ਲੱਗਿਆ ਹੈ। ਪਟਿਆਲਾ ਜੇਲ੍ਹ ਵਿੱਚ ਬੰਦ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਮੈਡੀਕਲ ਜਾਂਚ ਦੇ ਲਈ ਪੀਜੀਆਈ ਚੰਡੀਗੜ੍ਹ ਲਿਜਾਇਆ ਗਿਆ। ਜਾਣਕਾਰੀ ਮੁਤਾਬਕ ਨਵਜੋਤ ਸਿੰਘ ਸਿੱਧੂ ਦੇ ਕੁਝ ਟੈਸਟ ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ ਵਿੱਚ ਨਹੀਂ ਹੋ ਸਕੇ ਸਨ, ਜਿਸ ਕਰਕੇ ਸੋਮਵਾਰ ਨੂੰ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਨਵਜੋਤ ਸਿੰਘ ਸਿੱਧੂ ਨੂੰ ਚੰਡੀਗੜ੍ਹ ਪੀਜੀਆਈ ਭੇਜਿਆ ਗਿਆ। ਸਿੱਧੂ ਨੂੰ ਮੁੱਢਲੀ ਜਾਂਚ ਤੋਂ ਬਾਅਦ ਪੀਜੀਆਈ ਦਾਖਲ ਵੀ ਕੀਤਾ ਗਿਆ ਕਿਉਂਕਿ ਉੱਥੇ ਉਹਨਾਂ ਦੇ ਜਿਗਰ ਦੇ ਟੈਸਟ ਹੋਣੇ ਸੀ। ਪੀਜੀਆਈ ਦੇ ਉੱਚ ਭਰੋਸੇਯੋਗ ਸੂਤਰਾਂ ਨੇ ਦੱਸਿਆ ਕਿ ਡਾਕਟਰਾਂ ਦੇ ਵੱਲੋਂ ਸਿੱਧੂ ਦੇ ਭਲਕ ਨੂੰ ਯਾਨੀ ਕਿ 7 ਜੂਨ ਨੂੰ ਹੋਰ ਟੈਸਟ ਵੀ ਕੀਤੇ ਜਾਣਗੇ। ਉਂਝ ਡਾਕਟਰਾਂ ਦਾ ਕਹਿਣਾ ਹੈ ਕਿ ਦੇਰ ਸ਼ਾਮ ਪੀਜੀਆਈ ਵਿੱਚੋਂ ਡਿਸਚਾਰਜ ਕਰਕੇ ਉਹਨਾਂ ਨੂੰ ਦੁਬਾਰਾ ਵੀ ਬੁਲਾਇਆ ਜਾ ਸਕਦਾ ਹੈ। ਨਵਜੋਤ ਸਿੰਘ ਸਿੱਧੂ ਦੀ ਸਿਹਤ ਖਰਾਬ ਚੱਲ ਰਹੀ ਹੈ, ਉਹਨਾਂ ਦੇ ਜਿਗਰ ਦੀ ਸਮੱਸਿਆ ਚੱਲ ਰਹੀ ਹੈ। ਪਿਛਲੇ ਦਿਨੀ ਰਜਿੰਦਰਾ ਹਸਪਤਾਲ ਪਟਿਆਲਾ ਦੇ ਵਿੱਚ ਵੀ ਉਹਨਾਂ ਦੇ ਟੈਸਟ ਕਰਵਾਏ ਗਏ ਸੀ। ਪੰਜਾਬ ਸਰਕਾਰ ਈ ਗਵਰਨੈਂਸ ਵੱਲ ਲਗਾਤਾਰ ਕਦਮ ਵਧਾ ਰਹੀ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਟਵੀਟ ਕਰਕੇ ਦੱਸਿਆ ਕਿ ਈ ਗਵਰਨੈਂਸ ਵੱਲ ਵਧਦਾ ਸਾਡਾ ਪੰਜਾਬ, ਬਿਨੇਕਾਰਾਂ ਨੂੰ ਜਮਾਬੰਦੀ ਦੀ ਕਾਪੀ ਦੀ ਹੋਮ ਡਿਲੀਵਰੀ, ਜਮਾਬੰਦੀਆਂ ਨਾਲ ਜ਼ਮੀਨ ਮਾਲਕਾਂ ਦੇ ਫੋਨ ਈਮੇਲ ਨੂੰ ਜੋੜਨਾ, ਈ ਗੁਰਦੌਰੀ ਦੀ ਆਨਲਾਈਨ ਰਿਕਾਰਡਿੰਗ ਦੀ ਸੁਵਿਧਾ ਸ਼ੁਰੂ ਕਰਨ ਜਾ ਰਹੇ ਹਾਂ, ਜਿਸ ਨਾਲ ਆਮ ਲੋਕਾਂ ਦਾ ਸਮਾਂ ਵੀ ਬਚੇਗਾ ਤੇ ਕੰਮਕਾਰ ਵੀ ਸੁਖਾਲਾ ਹੋਵੇਗਾ। ਯਾਨੀ ਕਿ ਹੁਣ ਜਿਹੜੀਆਂ ਫਰਦਾਂ ਨੇ ਉਸ ਦੀ ਕਾਪੀ ਲੋਕਾਂ ਨੂੰ ਉਹਨਾਂ ਦੇ ਘਰੇ ਹੀ ਮਿਲ ਜਾਏਗੀ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਵਿੱਚ ਤੁਹਾਡੀ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ। ਧੰਨਵਾਦ।